ਤੁਸੀਂ ਇਹ ਕਹਿੰਦੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਇਸ ਕਮੇਟੀ ਚੋਂ ਬਾਹਰ ਕੱਢਤਾ ਜਾਏ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖੁਦ ਚਾਹੀਦਾ ਕਿ ਉਹਨਾਂ ਨੂੰ ਪਤਾ ਵੀ ਸਾਡੇ ਏਡੇ ਵੱਡੇ ਗੁਨਾਹ ਨੇ ਸਾਡੇ ਰਾਜ ਭਾਗ ਦੇ ਵਿੱਚ ਹੋਏ ਆ ਤੇ ਅਸੀਂ ਆਪ ਹੀ ਨਾ ਇਹ ਕੰਮ ਕਰੀਏ। ਉਹਨਾਂ ਨੂੰ ਆਪ ਹੀ ਬਾਹਰ ਹੋ ਜਾਣਾ ਚਾਹੀਦਾ, ਉਹਨਾਂ ਨੂੰ ਆਪ ਹੀ ਨਹੀਂ ਸੀ ਪੈਣਾ ਚਾਹੀਦਾ ਇਹਦੇ ਵਿੱਚ। ਜਿਹੜੇ ਤੁਹਾਡੇ ਰਾਜ ਦੇ ਵਿੱਚ ਕਾਂਡ ਹੋਏ ਆ ਸਿੱਖ ਵਿਰੋਧੀ, ਉਹਨਾਂ ਦਾ ਜਵਾਬ ਤੁਹਾਨੂੰ ਪੰਥ ਨੂੰ, ਕੌਮ ਨੂੰ ਤੇ ਮੀਡੀਆ ਨੂੰ ਦੇਣਾ ਪੈਣਾ। ਚਾਹੇ ਉਹ ਬਰਗਾੜੀ ਕਾਂਡ ਆ, ਬਾਬੂ ਸੂਰਤ ਸਿੰਘ ਨੂੰ ਬੰਦੀ ਬਣਾਉਣ ਦੀ ਗੱਲ ਆ, ਚਾਹੇ ਚੌੜ ਸਿੱਧਵਾਂ ਕਾਂਡ ਆ, ਚਾਹੇ ਉਹ ਸੌਦਾ ਸਾਧ ਮਾਫੀਨਾਮਾ ਕਾਂਡ ਆ, ਚਾਹੇ ਉਹ ਨੂਰ ਮਹਿਲੀਆ ਭਨਿਆਰਾ ਕਾਂਡ ਆ। ਇਸ ਚੀਜ਼ ਦਾ ਸਿਆਸੀ ਖਮਿਆਜ਼ਾ ਉਹਨਾਂ ਨੇ ਭੁਗਤ ਲਿਆ। ਅੱਜ 3 ਸੀਟਾਂ ਜਿੱਤੇ ਨੇ, ਸਾਰੇ ਲੀਡਰ ਹਾਰ ਚੁੱਕੇ ਨੇ। ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹਾਰ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਪਰਿਵਾਰ ਕਟਹਿਰੇ 'ਚ ਖੜਾ ਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਪਾਲਿਸ਼ ਮਾਰ ਕੇ, ਆਕਸੀਜਨ ਦੇ ਕੇ ਸਰਵਾਈਵ ਕਰਨ ਦੀ ਕੋਸ਼ਿਸ਼ ਨਾ ਕਰੇ, ਇਹਨੂੰ ਪੰਥ ਪ੍ਰਵਾਨ ਨਹੀਂ ਕਰਦਾ। ਅੱਜ ਫੇਰ ਉਹ ਸਿਆਸਤ ਹਾਵੀ ਹੋ ਰਹੀ ਹੈ ਇਸ ਪੂਰੀ ਦੀ ਪੂਰੀ ਮੁਹਿੰਮ ਉੱਤੇ। ਸਾਡੇ ਬਾਪੂ ਸੂਰਤ ਸਿੰਘ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ, ਉਹਨਾਂ ਨੂੰ ਫੜ ਕੇ ਜੇਲ੍ਹ 'ਚ ਡੱਕਦਾ। ਸਾਨੂੰ ਕਿੰਨੀ ਵਾਰੀ ਡੱਕਿਆ ਸੀ। ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਦਾ ਸੰਘਰਸ਼ ਰੰਭਿਆ ਤੇ ਮੈਨੂੰ ਫੜ ਕੇ ਕਪੂਰਥਲੇ ਡੱਕਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਭਾਈ ਜਿਹੜੇ ਸਿੰਘ ਬੰਦੀਆਂ ਦੇ ਵਿੱਚੋਂ ਬਲਵੰਤ ਸਿੰਘ ਰਾਜੋਆਣਾ 21 ਹੁੰਦੇ ਨੇ, ਪੈਰੋਲ ਦੇ ਉੱਤੇ ਉਹ ਆਉਂਦੇ ਨੇ ਚੋਣਾਂ ਤੋਂ ਪਹਿਲਾਂ। ਉਹ ਇੱਕ ਪਾਰਟੀ ਦੀ ਹਿਮਾਇਤ ਕਰਦੇ ਨੇ। ਉਹ ਪਾਰਟੀ ਕਿਹੜੀ ਹੁੰਦੀ ਹੈ? ਤੁਸੀਂ ਖੁਦ, ਕਿਉਂਕਿ ਉਹਨਾਂ ਦਾ ਜ਼ਿਕਰ ਕੀਤਾ ਬਲਵੰਤ ਸਿੰਘ ਰਾਜੋਆਣਾ ਵਾਲਾ। ਹੁਣ ਉਹ ਤਾਂ ਅਕਾਲੀ ਦਲ ਜਾਂ ਉਸਦੇ ਪ੍ਰਧਾਨ ਦੇ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਆਪਣਾ ਲੀਡਰ ਸ਼ਾਇਦ ਮੰਨ ਰਹੇ ਹੋਣਗੇ। ਜਿਸ ਤਰੀਕੇ ਨਾਲ ਆ ਕੇ ਉਹਨਾਂ ਨੇ ਖੁੱਲ੍ਹੇਆਮ ਇਹ ਗੱਲ ਕਹੀ ਕਿ ਜੀ ਅਕਾਲੀ ਦਲ ਨੂੰ ਵਾਪਸ ਸੱਤਾ ਦੇ ਵਿੱਚ ਲਿਆਂਦਾ ਜਾਵੇ। ਇਹ ਪ੍ਰਚਾਰ ਸੀਗਾ, ਇਸ ਵਕਤ ਪ੍ਰਚਾਰ ਕੀਤਾ ਗਿਆ। ਤੇ ਜੇ ਉਹਨਾਂ ਨੂੰ ਇਤਰਾਜ਼ ਨਹੀਂ, ਜਿਹੜੇ ਖੁਦ ਬੰਦੀ ਸਿੰਘ ਹੈ, ਤਾਂ ਫਿਰ ਤੁਸੀਂ ਜਾਂ ਕੋਈ ਹੋਰ ਇਤਰਾਜ਼ ਕਰਨ ਵਾਲਾ ਕਿਉਂ ਹੁੰਦਾ? ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਸਿਰਫ ਰਾਜੋਆਣਾ ਨੂੰ ਰਿਹਾ ਕਰਾਉਣ ਲਈ ਇਹ ਸੰਘਰਸ਼ ਜਿਹੜਾ ਕਰ ਰਹੀ ਆ। ਸਾਰੇ ਬੰਦੀ ਸਿੰਘਾਂ ਦੀ ਬਰਾਬਰ ਪੈਰਵਾਈ ਹੋਣੀ ਚਾਹੀਦੀ ਆ। ਇਹ ਨਹੀਂ ਕਿ ਇੱਕ ਦੀ ਖਾਸ ਤੇ ਦੂਜਿਆਂ ਵਾਰੀ ਘੇਸਲ ਵੱਟ ਲਓ। ਅਕਾਲੀ ਦਲ ਲੈਡ ਬਾਈ ਸੁਖਬੀਰ ਬਾਦਲ ਉਹਨੂੰ ਆਕਸੀਜਨ ਨਹੀਂ ਮਿਲਣ ਦੇਣਾ ਚਾਹੁੰਦੇ, ਉਹਨਾਂ ਨੂੰ ਨਹੀਂ ਤੁਸੀਂ ਜਿਉਂਦਾ ਬਚਨ ਦੇਣਾ ਚਾਹੁੰਦੇ। ਫਿਰ ਭਾਵੇਂ ਬੰਦੀ ਸਿੱਖਾਂ ਦਾ ਨੁਕਸਾਨ ਹੋ ਜਾਵੇ, ਕੀ ਇਹਦਾ ਮਤਲਬ ਮੈਂ ਲਗਾਵਾਂ? ਨਹੀਂ, ਉਹ ਦਾਦੂਵਾਲ ਨੂੰ ਉਲਝਾਓ। ਮੈਂ ਉਲਝਣਾ ਨਹੀਂ। ਮੇਰੀ ਸਿੱਧੀ ਜਿਵੇਂ ਅਰਜਨ ਦੀ ਨਿਗਾਹ ਮੱਛੀ ਦੀ ਅੱਖ 'ਚ ਸੀ ਨਾ, ਮੇਰੀ ਨਿਗਾਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਤੇ ਆ। ਜਥੇਦਾਰ ਦਾਦੂਵਾਲ ਸਾਹਿਬ ਦੀ ਵੀ ਤਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਚੰਗੀ ਸਾਂਝ ਹੈ, ਚੰਗਾ ਸਿਸਟਮ ਹੈ। ਤੁਸੀਂ ਗੁਰਦੁਆਰਾ ਕਮੇਟੀ ਦੇ ਮੁਖੀ ਹੋ, ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਅੱਜ ਤਾਂ ਹੀ ਕਰਕੇ ਤਾਂ ਇਲਜ਼ਾਮ ਲਾ ਰਹੇ ਨੇ ਵੀ ਇਹ ਤਾਂ ਅੰਦਰ ਖਾਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਮੁਹਿੰਮ ਦੀ। ਤੁਹਾਡੀ ਤਾਂ ਸੁਖਬੀਰ ਬਾਦਲ ਦੀ ਪਰਸਨਲ ਈਗੋ ਹੈ, ਪਰਸਨਲ ਕਲੈਸ਼ ਹੈ। ਇਹ ਪਰਸਨਲ ਨਹੀਂ ਹੈ, ਪੰਥਕ ਕਲੈਸ਼ ਆ। ਤੁਸੀਂ ਇਹਨੂੰ ਪਰਸਨਲ ਕਲੈਸ਼ ਹੈ, ਇਹ ਪਰਸਨਲ ਕਲੈਸ਼ ਹੈ, ਇਹ ਪਰਸਨਲ ਕਲੈਸ਼ ਹੈ। ਇਹ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸੁਖਬੀਰ ਬਾਦਲ ਨਾਲ ਪਰਸਨਲ ਕਲੈਸ਼ ਹੈ ਕਿ ਬੰਦੀ ਸਿੰਘਾਂ ਦੇ ਸੰਘਰਸ਼ ਲਈ ਚਾਹੇ ਸਾਨੂੰ ਜਾਨਾਂ ਵੀ ਦੇਣੀਆਂ ਪੈਣ ਨਾ, ਜਿੱਥੇ ਮਰਜ਼ੀ ਸਾਨੂੰ ਜੇਲ੍ਹਾਂ 'ਚ ਡੱਕ ਲੈਣ, ਸਾਡੀ ਜਾਨ ਜਾਂਦੀ ਆ ਜਾਵੇ, ਕਿੰਨਾ ਨੁਕਸਾਨ ਝੱਲਣਾ ਪਵੇ ਝੱਲਾਂਗੇ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਪੂਰਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਂਗੇ। ਅੱਜ ਦੀ ਇਸ ਖਾਸ ਪ੍ਰਸਾਰਣ ਵਿੱਚ ਮੇਰੇ ਨਾਲ ਹੈਗੇ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ, ਜੋ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵਿਵਾਦ ਦੁਬਾਰਾ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਵਿਸ਼ੇਸ਼ ਕਮੇਟੀ ਜੋ ਕਿ ਬਣਾਈ ਗਈ ਸੀ ਕੁਝ ਦਿਨ ਪਹਿਲਾਂ, ਉਸ ਦੇ ਵਿੱਚ ਮੈਂਬਰਾਂ ਦੇ ਵਿੱਚ ਆਪਸੀ ਮਤਭੇਦ ਉੱਭਰ ਰਹੇ ਨੇ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਣਾ ਵੱਲੋਂ ਇੱਕ ਲਿਖਤੀ ਮੰਗ ਰੱਖੀ ਗਈ ਹੈ ਇਸ ਕਮੇਟੀ ਦੇ ਸਾਹਮਣੇ ਸਨਮੁਖ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਇਸ ਕਮੇਟੀ ਚੋਂ ਬਾਹਰ ਕੀਤਾ ਜਾਏ। ਇਸ ਤੋਂ ਬਾਅਦ ਖਬਰਾਂ ਕੁਝ ਅਜਿਹੀਆਂ ਵੀ ਆਏ ਨੇ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਪ੍ਰਧਾਨ ਕਾਲਕਾ ਸਾਹਿਬ ਵੱਲੋਂ ਵੀ ਕੁਝ ਅਜਿਹੀ ਗੱਲਬਾਤ ਕਹੀ ਜਾ ਰਹੀ ਹੈ। ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਸਾਹਿਬ ਹੈਗੇ ਨੇ। ਇਤਰਾਜ਼ ਕਿਉਂ ਹੈਗੇ ਨੇ ਸੁਖਬੀਰ ਸਿੰਘ ਬਾਦਲ ਦੀ ਇਸ ਕਮੇਟੀ ਦੇ ਵਿੱਚ ਪ੍ਰੈਜ਼ੈਂਸ ਨੂੰ ਲੈ ਕੇ, ਉਸ ਉੱਤੇ ਗੱਲਬਾਤ ਕਰਾਂਗੇ। ਜਥੇਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਰਤੇਸ਼ ਲੱਖੀ ਜੀ, ਤੁਹਾਡਾ, ਤੁਹਾਡੇ ਚੈਨਲ ਦਾ ਤੇ ਸਾਰੇ ਸਰੋਤਿਆਂ ਦਾ ਸਤਿਕਾਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ ਇਹ ਜਾਣਨਾ ਚਾਹਾਂਗੇ ਕਿ ਐ ਲੱਗਦਾ ਸੀ ਵੀ ਜਿਹੜੀ ਤਸਵੀਰਾਂ ਜਦੋਂ ਪਹਿਲੀ ਮੀਟਿੰਗ ਹੁੰਦੀ ਹੈ, ਪੰਥਕ ਇਕੱਠ ਹੁੰਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਸਰਦਾਰ ਸਿਮਰਨਜੀਤ ਸਿੰਘ ਮਾਨ, ਤੁਸੀਂ, ਹੋਰ ਸਾਰੇ ਜਿਹੜੇ ਲੀਡਰ ਸਾਹਿਬਾਨ ਇਕੱਠੇ ਹੁੰਦੇ ਨੇ, ਤਾਲਮੇਲ ਦੀ ਕਮੇਟੀ ਬਣਦੀ ਹੈ। ਐ ਲੱਗਦਾ ਵੀ ਪੰਥ ਤੇ ਜਮਾਤ ਇਕੱਠੀ ਹੋ ਗਈ, ਬੰਦੀ ਸਿੰਘਾਂ ਦੀ ਰਿਹਾਈ ਹੁਣ ਦੂਰ ਨਹੀਂ, ਇੱਕ ਮੁਹਿੰਮ, ਇੱਕ ਲਾਮਬੰਦੀ ਬੜੀ ਮਜ਼ਬੂਤੀ ਦੇ ਨਾਲ ਹੁਣ ਅੱਗੇ ਤੁਰੇਗੀ। ਲੇਕਿਨ ਵਖਰੇਵੇਂ ਵੱਜ ਜਾਂਦੇ ਨੇ ਤੇ ਤੁਸੀਂ ਇਹ ਕਹਿੰਦੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਇਸ ਕਮੇਟੀ ਚੋਂ ਬਾਹਰ ਕੱਢਤਾ ਜਾਏ। ਮੈਂ ਸਮਝਣਾ ਚਾਹਾਂਗਾ ਕਿ ਇਸ ਦਾ ਕਾਰਨ ਕਿਉਂ ਤੁਸੀਂ ਇਸ ਮੁੱਦੇ ਨੂੰ ਜਾਂ ਇਸ ਮੰਗ ਨੂੰ ਕਰ ਰਹੇ ਹੋ, ਤੇ ਤੁਹਾਨੂੰ ਕੀ ਲੱਗਦਾ ਨਹੀਂ ਕਿ ਇਹਦੇ ਨਾਲ ਇਸ ਮੁਹਿੰਮ ਨੂੰ ਨੁਕਸਾਨ ਪਹੁੰਚੇਗਾ?
ਦੇਖੋ ਲੱਖੀ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 11 ਤਰੀਕ ਦਾ ਪੰਥਕ ਇਕੱਠ ਸੱਦਿਆ ਗਿਆ ਸੀ, ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਤੌਰ ਸਿੱਖ ਉਹਦੇ ਵਿੱਚ ਸ਼ਾਮਲ ਹੋਏ ਸੀ ਕਿ ਇਹ ਸਿੱਖ ਬੰਦੀਆਂ ਦੀ ਰਿਹਾਈ ਦੇ ਵਾਸਤੇ ਪੰਥ ਦਾ ਇਕੱਠ ਸੱਦਿਆ, ਕਿ ਉਹਨਾਂ ਦਾ ਸੁਝਾਅ ਤੇ ਸਹਿਯੋਗ ਲੈਣ ਵਾਸਤੇ। ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਉਹਦੇ ਵਿੱਚ ਸ਼ਮੂਲੀਅਤ ਕਰਾਂ, ਭਾਵੇਂ ਕਿ ਬੜੀਆਂ ਰੁਕਾਵਟਾਂ ਸਨ, ਬਹੁਤ ਕੋਸ਼ਿਸ਼, ਕਈ ਜਥੇਬੰਦੀਆਂ ਵੱਲੋਂ ਬਾਈਕਾਟ ਵੀ ਕੀਤਾ ਗਿਆ ਸੀਗਾ ਕਿ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਬਾਦਲ ਪਰਿਵਾਰ ਨੂੰ ਸਰਵਾਈਵ ਕਰਨ ਵਾਸਤੇ, ਆਕਸੀਜਨ ਦੇਣ ਵਾਸਤੇ, ਪੋਲਿਸ਼ ਕਰਨ ਵਾਸਤੇ ਇਕੱਠ ਜਿਹੜਾ ਹੈਗਾ ਉਹ ਸੱਦਿਆ ਜਾ ਰਿਹਾ ਵਾ। ਬੰਦੀ ਸਿੰਘਾਂ ਦਾ ਨਾਂ ਵਰਤਿਆ ਜਾ ਰਿਹਾ, ਉਹਨਾਂ ਨੂੰ ਇੱਕ ਪੌੜੀ ਬਣਾ ਕੇ ਪੰਥ ਤੇ ਦੁਬਾਰਾ ਕਾਬਜ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਪੰਥ ਤੇ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੂੰ ਨਕਾਰ ਚੁੱਕਾ ਵਾ। ਪਰ ਮੁੱਦਾ ਵੱਡਾ ਸੀਗਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਦਾ, ਜਿਨ੍ਹਾਂ ਵਾਸਤੇ ਅਸੀਂ ਹੁਣ ਤੱਕ ਜਦੋਜਹਿਦ ਕਰਦੇ ਆ ਰਹੇ ਹਾਂ। ਕੀਮਤੀ ਜਾਨਾਂ ਵੀ ਗਈਆਂ, ਮੁਕੱਦਮੇ ਵੀ ਦਰਜ ਹੋਏ, ਜੇਲ੍ਹਾਂ 'ਚ ਵੀ ਗਏ। ਸਰਦਾਰ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਵੀ ਗਈ, ਜਿਨ੍ਹਾਂ ਗੁਰਦੁਆਰਾ ਅੰਬ ਸਾਹਿਬ ਮੋਰਚਾ ਲਾਇਆ ਸੀ। ਬਾਪੂ ਸੂਰਤ ਸਿੰਘ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬੰਦੀ ਬਣਾਤਾ ਸੀਗਾ। ਡੀਐਮਸੀ ਹਸਪੀਟਲ ਨੂੰ ਜੇਲ੍ਹ ਬਣਾ ਕੇ ਉਹਨੂੰ ਜੇਲ੍ਹ 'ਚ ਤਬਦੀਲ ਕਰ ਦਿੱਤਾ ਕਿ ਬਾਪੂ ਸੂਰਤ ਸਿੰਘ ਨੂੰ ਜ਼ਬਰਦਸਤੀ ਉੱਥੇ ਰੱਖ ਕੇ ਬਾਹਰ ਪੁਲਿਸ ਦਾ ਪਹਿਰਾ ਲਾ ਦਿੱਤਾ ਤੇ ਫੋਰਸ ਫੀਡ ਦਿੱਤੀ ਜਾ ਰਹੀ, ਤੇ ਜ਼ਿੰਦਗੀ ਮੌਤ ਦੀ ਲੜਾਈ ਬਾਪੂ ਸੂਰਤ ਸਿੰਘ ਲੜ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਬਾਪੂ ਸੂਰਤ ਸਿੰਘ ਦਾ ਇਹੀ ਕਸੂਰ ਸੀ ਕਿ ਉਹਨੇ ਬੰਦੀਆਂ ਦੀ ਰਿਹਾਈ ਮੰਗੀ। ਤਾਂ ਅਸੀਂ ਇਸ ਕੌਜ ਨੂੰ ਬਾਅਦ ਚ ਬਰਗਾੜੀ ਇਨਸਾਫ ਮੋਰਚਾ ਲੱਗਾ, 6.5 ਮਹੀਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ, ਜਿੱਥੇ ਬੇਅਦਬੀ ਦਾ ਇਨਸਾਫ, ਬਾਈਬਲ ਦਾ ਇਨਸਾਫ, ਕੋਟਕਪੂਰੇ ਦਾ, ਬਰਗਾੜੀ ਦਾ ਇਨਸਾਫ ਮੰਗਦੇ ਰਹੇ, ਉੱਥੇ ਅਸੀਂ ਬੰਦੀਆਂ ਦੀ ਰਿਹਾਈ ਦੀ ਵੀ ਆਵਾਜ਼ ਬੁਲੰਦ ਕਰਦੇ ਰਹੇ। ਇਹਨਾਂ ਸੰਘਰਸ਼ਾਂ ਦੇ ਦੌਰਾਨ ਸਾਡੀਆਂ ਕੁਝ ਸਿੰਘਾਂ ਦੀਆਂ ਪੈਰੋਲਾਂ ਹੋਈਆਂ, ਕੁਝ ਜੇਲ੍ਹ ਤਬਦੀਲੀਆਂ ਹੋਈਆਂ, ਕੁਝ ਰਿਹਾਈਆਂ ਵੀ ਹੋਈਆਂ ਇਹਦੇ ਦੌਰਾਨ ਜਿਹੜਾ ਇਹ ਸੰਘਰਸ਼ ਚੱਲਿਆ। ਪਰ ਅਜੇ ਅਧੂਰਾ ਸੀ ਕੰਮ, ਕਿ ਬਹੁਤ ਸਾਰੇ ਬੰਦੀ ਸਿੰਘ ਅੱਜ ਵੀ ਜੇਲ੍ਹਾਂ 'ਚ ਨਜ਼ਰਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਤਾਂ ਉਸ ਇਕੱਠ ਦੇ ਵਿੱਚ ਅਸੀਂ ਆਪਣੇ ਜਿਹੜੇ ਮੈਂ ਸੁਝਾਅ ਦਿੱਤੇ, ਤੁਸੀਂ ਉਹ ਵੀ ਸੁਣੇ ਹੋਣਗੇ। ਮੈਂ ਸਰਦਾਰ ਧਾਮੀ ਸਾਹਿਬ ਨੂੰ ਉਦੋਂ ਵੀ ਸੰਬੋਧਨ ਕਰਕੇ ਕਿਹਾ ਸੀ, ਸਰਦਾਰ ਧਾਮੀ ਸਾਹਿਬ, ਜਿਸ ਪ੍ਰਧਾਨਗੀ ਦੇ ਅਹੁਦੇ ਤੇ ਤੁਸੀਂ ਬੈਠੇ, ਇਹਦੀ ਬੜੀ ਪਾਵਰ ਆ, ਬੜੀ ਤਾਕਤ ਆ, ਤੇ ਤੁਸੀਂ ਉਸ ਤਾਕਤ ਦੀ ਵਰਤੋਂ ਕਰਕੇ ਜਿੱਥੇ ਬੰਦੀਆਂ ਦੀ ਰਿਹਾਈ ਲਈ ਪ੍ਰੋਗਰਾਮ ਉਹ ਲਿਖੋ, ਉੱਥੇ ਉਹਨਾਂ ਲੋਕਾਂ ਨੂੰ ਵੀ ਕਟਹਿਰੇ 'ਚ ਖੜਾ ਕਰੋ ਜਿਨ੍ਹਾਂ ਦੇ ਰਾਜ ਵਿੱਚ ਬਰਗਾੜੀ ਬੇਅਦਬੀ ਕਾਂਡ ਵਾਪਰਿਆ, ਚੌੜ ਸਿੱਧਵਾਂ ਕਾਂਡ ਵਾਪਰਿਆ, ਨੂਰ ਮਹਿਲੀਆ ਕਾਂਡ, ਸੌਦਾ ਸਾਧ ਮੁਆਫੀ ਕਾਂਡ। ਇਹ ਸਾਰੇ ਬਹੁਤ ਸਾਰੇ ਆ, ਮੈਂ ਇਸ਼ਾਰੇ ਮਾਤਰ ਹੀ ਬੇਨਤੀ ਕਰ ਰਿਹਾ, ਇਹ ਬਹੁਤ ਸਾਰੇ ਕਾਂਡ ਜਿਨ੍ਹਾਂ ਦੇ ਰਾਜ 'ਚ ਵਾਪਰੇ, ਜਿਨ੍ਹਾਂ ਨੇ ਸੌਦਾ ਸਾਧ, ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਈਕਾਟ ਦਾ ਜਿਹਦਾ ਹੁਕਮਨਾਮਾ ਜਾਰੀ ਹੋਇਆ, ਉਹਦੀ ਵਾਰ-ਵਾਰ ਪੁਸਤ ਪੜਾਈ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ। ਤੁਸੀਂ ਅੱਜ ਵੀ ਉਹ ਰਿਕਾਰਡਿੰਗ ਸੁਣਨੀ, ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਨਿਰਪੱਖ ਤੌਰ ਤੇ ਨਰੋਲ ਕਿਸੇ ਪਰਿਵਾਰ ਨੂੰ, ਕਿਸੇ ਦਲ ਜਾਂ ਪਾਰਟੀ ਨੂੰ ਉਭਾਰਨ ਦੀ ਨੀਤੀ ਨਹੀਂ ਅਪਣਾਓਗੇ, ਨੀਅਤ ਸਾਫ਼ ਨਾਲ ਬੰਦੀਆਂ ਦੀ ਰਿਹਾਈ ਲਈ ਸੰਘਰਸ਼ ਕਰੋਗੇ, ਤਾਂ ਅਸੀਂ ਹੀ ਨਹੀਂ, ਪੂਰਾ ਪੰਥ, ਪੂਰੀ ਕੌਮ ਨੰਗੇ ਪੈਰੀਂ ਚੱਲ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵੀ ਆਊ, ਅੰਮ੍ਰਿਤਸਰ ਸਾਹਿਬ ਵੀ, ਤੇ ਜਿੱਥੇ ਤੁਸੀਂ ਕੋਈ ਪ੍ਰੋਗਰਾਮ ਲਿਖੋਗੇ ਉੱਥੇ ਅਸੀਂ ਪੁੱਜਾਂਗੇ। ਤਾਂ 11 ਤੋਂ ਬਾਅਦ ਉਹਨਾਂ ਨੇ 16 ਤਰੀਕ ਨੂੰ ਜਿਹੜਾ ਸੀਗਾ ਇੱਕ ਕਮੇਟੀ ਦਾ ਐਲਾਨ ਕਰ ਦਿੱਤਾ, 9 ਮੈਂਬਰੀ ਦਾ, ਜਿਹਦੇ 'ਚ ਮੇਰਾ ਵੀ ਨਾਂ ਸੀਗਾ। ਤੇ ਉਸ ਕਮੇਟੀ ਦੇ ਵਿੱਚ ਜਿਹੜਾ ਸੀ, ਤੁਸੀਂ ਦੇਖਿਆ ਵੀ, ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੀਡਰ ਬਣਾ ਕੇ ਪੇਸ਼ ਕੀਤਾ ਸੀ ਫਰੰਟ ਤੇ। ਪਹਿਲਾ ਨਾਂ ਉਹਦਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਜਦੋਂ ਕਿ ਇਸ ਚੀਜ਼ ਦੀ ਲੋੜ ਹੀ ਨਹੀਂ ਸੀਗੀ। ਅਸੀਂ ਕਿਹਾ ਸੀਗਾ ਕਿ ਤੁਸੀਂ ਨੀਅਤ ਸਾਫ਼ ਨਾਲ, ਨਿਰਪੱਖ, ਪਰਿਵਾਰਵਾਦ, ਧੜੇਵਾਦ ਦੀ ਨੀਤੀ ਤੋਂ ਬਿਨਾਂ ਇਸ ਸੰਘਰਸ਼ ਨੂੰ ਅੱਗੇ ਤੋਰਿਓ। ਪਰ ਫਿਰ ਮੈਂ ਲਿਖਤੀ ਸੁਝਾਅ, ਜਿੱਦਣ ਉਹਨਾਂ 16 ਨੂੰ ਕਮੇਟੀ ਅਨਾਉਂਸ ਕੀਤੀ, ਨਾਲ ਹੀ 19 ਤਰੀਕ ਦੀ ਪਹਿਲੀ ਮੀਟਿੰਗ ਅਨਾਉਂਸ ਕਰ ਦਿੱਤੀ। ਤਾਂ ਜਦੋਂ ਅਗਲੇ ਦਿਨ ਮੈਨੂੰ ਸੱਦਾ ਦਿੱਤਾ ਉਹਨਾਂ ਨੇ, 17 ਤਰੀਕ ਨੂੰ ਸਰਦਾਰ ਪ੍ਰਤਾਪ ਸਿੰਘ ਜਿਹੜੇ ਨੇ ਐਸਜੀਪੀਸੀ ਦੇ ਸਕੱਤਰ, ਤੇ ਸਰਦਾਰ ਧਾਮੀ ਸਾਹਿਬ ਨਾਲ ਵੀ ਗੱਲ ਹੋਈ, ਤਾਂ ਮੈਂ ਕੁਝ ਇਤਰਾਜ਼ ਤਾਂ ਫੋਨ ਤੇ ਯਾਰ ਕੀਤੇ ਸੀਗੇ। ਉਸ ਤੋਂ ਬਾਅਦ ਮੈਂ ਲਿਖਤੀ ਲੈ ਕੇ ਗਿਆ ਪਹਿਲੀ ਮੀਟਿੰਗ ਦੇ ਵਿੱਚ, ਜੋ ਮੈਂ ਲਿਖਤੀ ਦਿੱਤਾ ਉਹ ਸਾਰਾ ਕੁਝ ਤੁਸੀਂ ਵੀ ਪੜ੍ਹਿਆ ਹੋਵੇਗਾ, ਦੁਨੀਆ ਨੇ ਪੜ੍ਹਿਆ। ਤੇ ਮੈਂ ਮੀਟਿੰਗ ਦੇ ਦੌਰਾਨ ਜਦੋਂ ਮੇਰਾ ਸਮਾਂ ਆਇਆ, ਮੇਰੀ ਵਾਰੀ ਆਈ, ਮੇਰੇ ਤੋਂ ਪਹਿਲਾਂ 5 ਬੁਲਾਰੇ ਬੋਲ ਚੁੱਕੇ ਸਨ। ਸਭ ਤੋਂ ਪਹਿਲਾਂ ਸਰਦਾਰ ਜੀਕੇ ਸਾਹਿਬ, ਫਿਰ ਸਰਦਾਰ ਸਰਨਾ ਸਾਹਿਬ, ਫਿਰ ਸਰਦਾਰ ਕਾਹਨ ਸਿੰਘ ਵਾਲਾ, ਫਿਰ ਸਰਦਾਰ ਹਿੱਤ ਸਾਹਿਬ, ਔਰ ਮੇਰੇ ਤੋਂ ਪਹਿਲਾਂ ਸਰਦਾਰ ਕਾਲਕਾ ਸਾਹਿਬ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ। ਫਿਰ ਮੇਰੀ ਵਾਰੀ ਆਈ, ਮੇਰੇ ਤੋਂ ਬਾਅਦ ਇਹਨਾਂ ਨੇ ਬੋਲਣਾ ਸੀਗੇ ਜਿਹੜੇ ਜੱਜ ਸਾਹਿਬ ਆਏ ਸੀਗੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ, ਉਹਨਾਂ ਤੋਂ ਬਾਅਦ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ, ਉਹਨਾਂ ਨੇ, ਫਿਰ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਸ ਤੋਂ ਬਾਅਦ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ, ਤੇ ਫਿਰ ਧਾਮੀ ਸਾਹਿਬ ਨੇ ਬੋਲਣਾ ਸੀਗਾ।
ਔਰ ਮੈਂ ਆਪਣੇ ਬੋਲਣ ਦੇ ਸਮੇਂ ਜਿਹੜੇ ਮੈਂ ਲਿਖਤੀ ਇਤਰਾਜ਼ ਸੀ ਉਹ ਮੈਂ ਬੋਲ ਕੇ ਵੀ ਕਹੇ, ਤੇ ਮੈਂ ਉਹਨਾਂ ਦੇ ਹੱਥ ਵਿੱਚ ਰੀਜਨਲ ਲੈਟਰ ਜਿਹੜਾ ਸੀ ਸਰਦਾਰ ਧਾਮੀ ਸਾਹਿਬ ਨੂੰ ਦੇ ਦਿੱਤਾ, ਤੇ ਉਹਦੀ ਇੱਕ ਕਾਪੀ ਸਾਰੇ ਮੈਂਬਰਾਂ ਨੂੰ ਦੇ ਦਿੱਤੀ, ਜਿਸ ਦੇ ਮੈਂ ਖਿਲਾਫ ਲਿਖਿਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਵੀ ਬਾਈ ਹੈਂਡ ਇੱਕ ਕਾਪੀ ਉਹਦੀ ਮੈਂ ਦੇ ਦਿੱਤੀ। ਸਾਰਿਆਂ ਨੇ ਆਪਣੇ ਕੋਲੇ ਕਾਪੀ ਰੱਖ ਲਈ, ਕਿਸੇ ਨੇ ਪੜ੍ਹ ਲਈ, ਕਿਸੇ ਨੇ ਨਹੀਂ ਪੜ੍ਹੀ। ਔਰ ਮੈਂ ਜ਼ਬਾਨੀ ਵੀ ਕਿਹਾ ਕਿ ਸਰਦਾਰ ਬਾਦਲ ਸਾਹਿਬ, ਜਿਹੜੇ ਤੁਹਾਡੇ ਰਾਜ ਦੇ ਵਿੱਚ ਕਾਂਡ ਹੋਏ ਆ ਸਿੱਖ ਵਿਰੋਧੀ, ਉਹਨਾਂ ਦਾ ਜਵਾਬ ਤੁਹਾਨੂੰ ਪੰਥ ਨੂੰ, ਕੌਮ ਨੂੰ ਤੇ ਮੀਡੀਆ ਨੂੰ ਦੇਣਾ ਪੈਣਾ। ਚਾਹੇ ਉਹ ਬਰਗਾੜੀ ਕਾਂਡ ਆ, ਬਾਪੂ ਸੂਰਤ ਸਿੰਘ ਨੂੰ ਬੰਦੀ ਬਣਾਉਣ ਦੀ ਗੱਲ ਆ, ਚਾਹੇ ਚੌੜ ਸਿੱਧਵਾਂ ਕਾਂਡ ਆ, ਚਾਹੇ ਉਹ ਸੌਦਾ ਸਾਧ ਮਾਫੀਨਾਮਾ ਕਾਂਡ ਆ, ਚਾਹੇ ਉਹ ਨੂਰ ਮਹਿਲੀਆ ਭਨਿਆਰਾ ਕਾਂਡ ਆ, ਚਾਹੇ ਉਹ ਭਾਈ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਸੌਦਾ ਸਾਧ ਕਾਂਡ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ, ਇਹਨਾਂ ਦਾ ਜਵਾਬ ਤੁਹਾਨੂੰ ਦੇਣਾ ਪੈਣਾ। ਉਸ ਸਮੇਂ ਦੇ ਦੌਰਾਨ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਮੈਨੂੰ ਇਤਰਾਜ਼ ਇਹੀ ਆ ਲੱਖੀ ਸਾਹਿਬ ਕਿ ਪਹਿਲੀ ਗੱਲ ਤਾਂ SGPC ਨੂੰ ਮੈਂ ਉੱਥੇ ਵੀ ਕਿਹਾ, ਮੈਂ ਕਿਹਾ ਸਰਦਾਰ ਧਾਮੀ ਸਾਹਿਬ, ਜੇ ਤੁਸੀਂ ਨਰੋਲ ਧਾਰਮਿਕ ਲੋਕਾਂ ਦੀ ਬਣਾ ਦਿੰਦੇ ਤਾਂ ਉਹ ਇਸ ਨੂੰ ਅੱਗੇ ਵਧਾਉਂਦੀ ਤਾਂ ਬਹੁਤ ਚੰਗੀ ਗੱਲ ਸੀ। ਪਰ ਸਿੱਖ ਧਰਮ 'ਚ ਧਰਮ ਤੇ ਰਾਜਨੀਤੀ ਇਕੱਠੇ ਆ। ਚਲੋ ਜੇ ਤੁਸੀਂ ਰਾਜਨੀਤਿਕ ਪਾਉਣੇ ਹੀ ਸੀਗੇ ਤਾਂ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਸ਼ਾਮਲ ਨਾ ਕਰਦੇ ਜਿਨ੍ਹਾਂ ਤੇ ਇਲਜ਼ਾਮ ਨੇ ਵੱਡੇ ਕਿ ਉਹਨਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਬੰਦੀਆਂ ਵੱਲ ਖਿਆਲ ਨਹੀਂ, ਪੰਥ ਦੇ ਹੋਰ ਮੁੱਦਿਆਂ ਵੱਲ ਖਿਆਲ ਨਹੀਂ ਦਿੱਤਾ। ਅੱਜ ਧਰਮੀ ਫੌਜੀਆਂ ਦਾ ਮੁੱਦਾ ਕਿੱਥੇ ਆ? ਜਿਹੜੇ ਆਪਣਾ ਬੰਦੀ ਸਿੰਘਾਂ ਦਾ ਮੁੱਦਾ ਕਿੱਥੇ? ਇਹਨਾਂ ਨੇ ਆਪ ਅੱਤਵਾਦੀ ਤੇ ਕਾਤਲ ਕਹਿੰਦੇ ਰਹੇ ਉਹਨਾਂ ਨੂੰ, ਜਿਹੜਾ ਉਹਨਾਂ ਨੂੰ ਛਡਾਉਣ ਦੀ ਗੱਲ ਉਹਨੂੰ ਬੰਦੀ ਬਣਾ ਦਿੰਦੇ ਰਹੇ। ਇਹ ਬੰਦੀਆਂ ਨੂੰ ਛਡਾਉਣ ਲਈ ਜੇ ਤੁਸੀਂ ਰਾਜਨੀਤਿਕ ਸ਼ਾਮਲ ਕਰਨੇ, ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਨਾ ਸੀ ਤਾਂ ABC ਕਿਸੇ ਨੂੰ ਵੀ ਸ਼ਾਮਲ ਕਰ ਸਕਦੇ ਸੀਗੇ। ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪੈਣ ਦੀ ਜਗ੍ਹਾ ਕੀ ਉਹਨਾਂ ਕੋਲ ਅਕਾਲੀ ਦਲ ਦੇ ਵਿੱਚ ਕੋਈ ਵੀ ਐਸਾ ਲੀਡਰ ਨਹੀਂ ਹੈਗਾ ਕਿ ਜਿਹੜਾ ਇਸ ਕਮੇਟੀ ਦਾ ਹਿੱਸਾ ਬਣ ਸਕਦਾ, ਜਿਹਦੇ ਤੇ ਇਤਰਾਜ਼ ਨਾ ਉੱਠਦਾ? ਕਿ ਉਹ ਕਿਸੇ ਨੂੰ ਵੀ ਇਸ ਦੇ ਕਾਬਲ ਨਹੀਂ ਸਮਝਦੇ ਸਰਦਾਰ ਸੁਖਬੀਰ ਸਿੰਘ ਬਾਦਲ? ਉਹਨਾਂ ਨੂੰ ਤੇ ਹੁਣ ਵੀ ਬਾਹਰ ਹੋ ਜਾਣਾ ਚਾਹੀਦਾ, ਜਾਂ ਧਾਮੀ ਸਾਹਿਬ ਨੂੰ ਉਹਨਾਂ ਨਾਲ ਗੱਲ ਕਰਕੇ ਬਾਹਰ ਕਰ ਦੇਣਾ ਚਾਹੀਦਾ ਕਿ ਵੱਡਾ ਕੰਮ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਇਹ ਹੋਵੇ। ਤੇ ਅਕਾਲੀ ਦਲ ਦੇ ਵਿੱਚੋਂ ABC ਕਿਸੇ ਨੂੰ ਵੀ ਜਿਹੜਾ ਕੋਈ ਇਸ ਚੀਜ਼ ਦਾ ਦਰਦ ਰੱਖਦਾ, ਜਿਹਨੇ ਹੰਢਾਇਆ ਹੋਵੇ, ਸੋਝੀ ਰੱਖਦਾ ਤੇ ਵਿਦਾਗ ਹੋਵੇ, ਉਹਨੂੰ ਇਸ ਕਮੇਟੀ 'ਚ ਸ਼ਾਮਲ ਕਰ ਦਿਓ ਤਾਂ ਕਿ ਕਮੇਟੀ ਦਾ ਕਾਰਜ ਕਿਸੇ ਤਰ੍ਹਾਂ ਵੀ ਰੁਕੇ ਨਾ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਪੰਥ ਕੌਮ ਨੂੰ ਜਵਾਬ ਨਹੀਂ ਦਿੰਦੇ, ਉਹਨਾਂ ਚਿਰ ਇਸ ਕਮੇਟੀ ਦਾ ਹਿੱਸਾ ਨਾ ਬਣ। ਜਥੇਦਾਰ ਸਾਹਿਬ, ਇੱਥੇ ਸਵਾਲ ਇਹ ਹੈ ਕਿ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਵੀ ਲਿਸਟ 'ਚ ਉਹਨਾਂ ਦਾ ਨਾਂ ਪਹਿਲਾਂ ਸੀ, ਵਾਰੀ ਪਹਿਲਾਂ ਸੀ, ਇਹ ਵਾਰੀਆਂ ਤੇ ਜਿਹੜੀ ਆਪਣੀ ਸੀਰੀਅਲ ਦੇ ਵਿੱਚ ਕੌਣ ਕਿੱਥੇ ਹੈ, ਕਮੇਟੀ ਵਿੱਚ ਹੈ ਨਹੀਂ ਹੈ, ਮੁੱਦਾ ਜੇ ਨਹੀਂ ਹੈ। ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮੋਬਿਲਾਈਜ਼ ਕਰਨ ਦਾ, ਪਬਲਿਕ ਓਪੀਨੀਅਨ ਤੇ ਸਰਕਾਰਾਂ ਉੱਤੇ ਦਬਾਅ ਪਾਉਣ ਦਾ ਹੈ। ਸੋ ਜਦੋਂ ਮਕਸਦ ਬੜਾ ਕਲੀਅਰ, ਟੀਚਾ ਬਹੁਤ ਸਾਫ਼ ਹੈ, ਤਾਂ ਉਸ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਵਖਰੇਵੇਂ ਹੈਗੇ ਨੇ, ਮਤਭੇਦ ਤਾਂ ਹੈਗੇ ਨੇ ਨਾ। ਤੁਹਾਨੂੰ ਇਤਰਾਜ਼ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਜਿਹੜੀ ਭੂਮਿਕਾ ਰਹੀ ਡੇਰਾ ਸੱਚਾ ਸੌਦਾ ਨੂੰ ਲੈ ਕੇ, ਜਾਂ ਹੋਰ ਤਮਾਮ ਜਿਹੜੇ ਸਿੱਖ ਪੰਥ ਨਾਲ ਜੁੜੇ ਹੋਏ ਵਿਸ਼ੇ ਸੀ, ਉਹਨਾਂ ਨੇ ਤੁਹਾਡੇ ਖਿਲਾਫ ਪ੍ਰੈਸ ਕਾਨਫਰੰਸਾਂ ਕਰਦੇ ਸੀ ਵੀ ਤੁਸੀਂ ਵੀ ਅੰਦਰ ਖਾਤੇ ਕਾਂਗਰਸੀ ਲੀਡਰਾਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ। ਇਹ ਵਿਵਾਦ ਤਾਂ ਆਪਸ ਦੇ ਵਿੱਚ ਰਹਿਣਗੇ, ਲੇਕਿਨ ਇਹ ਤਾਂ ਅਜਿਹਾ ਮੌਕਾ ਸੀ ਜਦੋਂ ਕਾਮਨ ਪਲੇਟਫਾਰਮ ਤੇ ਸਾਰੇ ਲੀਡਰ ਇਕੱਠੇ ਹੋਏ ਸੀ। ਲੋਕਾਂ ਨੇ ਉਹ ਤਸਵੀਰਾਂ ਨੂੰ ਦੇਖ ਕੇ ਬਹੁਤ ਹੀ ਰਾਹਤ ਮਹਿਸੂਸ ਕੀਤੀ ਵੀ ਚਲੋ ਪਹਿਲਾ ਮੌਕਾ ਅਜਿਹਾ ਨਜ਼ਰ ਆ ਰਿਹਾ ਜਦੋਂ ਆਪਸੀ ਜਿਹੜੇ ਵਖਰੇਵੇਂ ਭੁੱਲ ਕੇ ਪੰਥਕ ਲੀਡਰ ਇਕੱਠੇ ਹੋਏ ਨੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਦੇ ਕੇ ਅਕਾਲੀ ਦਲ ਦੇ ਪ੍ਰਧਾਨ ਤਾਂ ਹੈ ਹੀ ਨੇ। ਸੋ ਜੇ ਅਕਾਲੀ ਦਲ ਦੇ ਪ੍ਰਧਾਨ ਹੈ ਤਾਂ ਉਸ ਨਾਤੇ ਉਹਨਾਂ ਦਾ ਜਿਸ ਕਮੇਟੀ ਦੇ ਵਿੱਚ ਬੈਠ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਕਿੰਨਾ ਕੁ ਜਾਇਜ਼ ਹੈ, ਖਾਸ ਕਰਕੇ ਉਸ ਵਕਤ ਜਦੋਂ ਕਿ ਐਟ ਸਟੇਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਦਾ ਬਹੁਤ ਇੰਪੋਰਟੈਂਟ ਹੁੰਦਾ। ਦੇਖੋ ਲੱਖੀ ਜੀ, ਕਿਸੇ ਨਾਲ ਪੰਥਕ ਮੁੱਦਿਆਂ ਤੇ ਮੁਲਾਕਾਤ ਕਰਨੀ, ਚਾਹੇ BJP, ਚਾਹੇ ਕਾਂਗਰਸ, ਚਾਹੇ ਆਮ ਆਦਮੀ ਪਾਰਟੀ ਨਾਲ, ਇਹ ਇਤਰਾਜ਼ਯੋਗ ਨਹੀਂ ਹੈ। ਜਦੋਂ ਪੰਥ ਦੇ ਮੁੱਦਿਆਂ ਨਾਲ ਜਿਹੜਾ ਰਾਜ ਕਰ ਰਿਹਾ ਉਹਦੇ ਨਾਲ ਤੁਹਾਨੂੰ ਗੱਲ ਕਰਨੀ ਪਊਗੀ। ਇਤਰਾਜ਼ਯੋਗ ਇਹ ਨਹੀਂ, ਇਤਰਾਜ਼ਯੋਗ ਉਹਨਾਂ ਤੇ ਇਤਰਾਜ਼ ਇਹ ਨਹੀਂ, ਇਤਰਾਜ਼ ਇਹ ਹੈ ਕਿ ਉਹਨਾਂ ਦਾ ਜਦੋਂ ਰਾਜ ਭਾਗ ਸੀ, ਜਦੋਂ ਉਹਨਾਂ ਕੋਲੇ ਤਾਕਤ ਸੀ, ਉਦੋਂ ਉਹਨਾਂ ਨੇ ਆਹ ਕੰਮ ਕਿਉਂ ਨਹੀਂ ਕੀਤੇ? ਉਦੋਂ ਤਾਂ ਸਾਨੂੰ ਇਨਸਾਫ ਮੰਗਦਿਆਂ ਨੂੰ ਬੰਦੀ ਬਣਾ ਦਿੰਦੇ ਸੀ, ਜੇਲ੍ਹਾਂ 'ਚ ਡੱਕ ਦਿੰਦੇ। ਇਤਰਾਜ਼ ਤਾਂ ਇਹ ਆ ਕਿ ਉਹਨਾਂ ਨੇ ਤਾਂ ਬੰਦੀਆਂ, ਉਹਨਾਂ ਦੇ ਕਰਕੇ ਤਾਂ ਅੱਜ ਉਹ ਜੇਲ੍ਹਾਂ 'ਚ ਬੈਠੇ ਆ। ਉਹਨਾਂ ਦੀ ਇਸ ਚੀਜ਼ ਨੇ ਤਾਕਤ ਦਿੱਤੀ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਇਸ ਚੀਜ਼ ਦਾ ਸਿਆਸੀ ਖਮਿਆਜ਼ਾ ਉਹਨਾਂ ਨੇ ਭੁਗਤ ਲਿਆ। ਅੱਜ 3 ਸੀਟਾਂ ਜਿੱਤੇ ਨੇ, ਸਾਰੇ ਲੀਡਰ ਹਾਰ ਚੁੱਕੇ ਨੇ। ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹਾਰ ਗਏ। ਆ ਜਿਹੜੀਆਂ ਹਾਰਾਂ ਹੋਈਆਂ ਨੇ ਤੇ ਪਾਰਟੀ ਦੀ ਦੁਰਦਸ਼ਾ ਅਕਾਲੀ ਦਲ ਦੀ ਹੈ, ਇਹ ਉਹੀ ਸਿਆਸੀ ਖਮਿਆਜ਼ਾ ਜੋ ਕਿ ਜੋ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੋ ਉਸ ਦੇ ਲਈ ਉਹਨਾਂ ਨੂੰ ਸਜ਼ਾ ਜਾਂ ਉਹਨਾਂ ਭੁਗਤ ਲਿਆਓ। ਲੇਕਿਨ ਤੁਸੀਂ ਹੁਣ ਇਸ ਸਮੇਂ ਦੇ ਉੱਤੇ ਇਹ ਮੁੱਦਿਆਂ ਨੂੰ ਚੁੱਕ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ ਤੇ ਕੀ ਅਚੀਵ ਕਰਨਾ ਚਾਹੁੰਦੇ ਹੋ? ਕਿਉਂਕਿ ਅੱਜ SGPC ਮੈਂਬਰ ਨੇ ਲਾਇਆ ਕਿ ਤੁਸੀਂ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪੂਰੀ ਦੀ ਪੂਰੀ ਮੁਹਿੰਮ ਨੂੰ
ਖਰਾਬ ਕਰ ਰਹੇ ਹੋ। ਇਹ ਇਲਜ਼ਾਮ ਅੱਜ ਲਾਏ ਨੇ ਕੁਝ ਐਸਜੀਪੀਸੀ ਮੈਂਬਰਾਂ ਨੇ। ਲੱਖੀ ਜੀ, ਮੈਂ ਕਹਿਣਾ ਚਾਹੁੰਦਾ, ਦੇਖੋ ਕਿ ਸਾਨੂੰ ਇਤਰਾਜ਼ ਸ਼੍ਰੋਮਣੀ ਅਕਾਲੀ ਦਲ ਤੇ ਨਹੀਂ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਹੀਂ ਆ, ਉਹ ਸਾਡੀਆਂ ਸੰਸਥਾਵਾਂ ਨੇ। ਸਾਨੂੰ ਮੌਜੂਦਾ ਪ੍ਰਬੰਧ ਜਿਨ੍ਹਾਂ ਨੇ ਛਤਰ ਛਾਇਆ ਦੇ ਕੇ ਇਹਨਾਂ ਸੰਸਥਾਵਾਂ ਦਾ ਨਿਘਾਰ ਕੀਤਾ, ਸਾਡੇ ਇਤਰਾਜ਼ ਉਹਨਾਂ ਤੇ ਆ। ਸਾਨੂੰ ਇਤਰਾਜ਼ ਬਾਦਲ ਪਰਿਵਾਰ ਤੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੈ ਕਿ ਜਦੋਂ ਪੰਥ ਨੇ ਉਹਨਾਂ ਨੂੰ ਸਾਰੀ ਤਾਕਤ ਦੇ ਦਿੱਤੀ ਸੀ, ਜਦੋਂ ਕਲਮ ਉਹਨਾਂ ਦੇ ਹੱਥ 'ਚ ਸੀ, ਤਾਕਤ ਉਹਨਾਂ ਦੇ ਹੱਥ 'ਚ ਸੀ, ਜਦੋਂ ਸੈਂਟਰ ਦੇ ਵਿੱਚ ਉਹ ਭਾਈਵਾਲ ਸੀ, ਜਦੋਂ ਆਪਣੇ ਪਰਿਵਾਰ ਲਈ ਉਹ ਵਜ਼ੀਰੀਆਂ ਲੈ ਰਹੇ ਸੀ, ਉਦੋਂ ਪੰਥ ਲਈ ਕਿਉਂ ਨਹੀਂ ਕੁਝ ਲਿਆ? ਉਦੋਂ ਬੰਦੀ ਸਿੰਘਾਂ ਦਾ ਉਹਨਾਂ ਨੂੰ ਚੇਤਾ ਕਿਉਂ ਨਹੀਂ ਆਇਆ? ਉਦੋਂ ਧਰਮੀ ਫੌਜੀਆਂ ਦਾ ਕਿਉਂ ਨਹੀਂ ਆਇਆ? ਅੱਜ ਸਾਨੂੰ ਮੇਰੀ ਗੱਲ ਸੁਣੋ, ਮੈਂ ਕਹਿੰਦਾ ਨਹੀਂ ਆਇਆ, ਹੁਣ ਕੀ ਕਰੀਏ? ਹੁਣ ਮੁੱਦਾ ਤਾਂ ਬੰਦੀ ਸਿੰਘਾਂ ਦਾ ਨਾ ਜੀ। ਹਾਂ ਲੱਖੀ ਸਾਹਿਬ, ਮੇਰੀ ਗੱਲ ਸੁਣ ਲਓ। ਸਰਦਾਰ ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਕਟਹਿਰੇ 'ਚ ਖੜਾ ਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਪੋਲਿਸ਼ ਮਾਰ ਕੇ, ਆਕਸੀਜਨ ਦੇ ਕੇ ਸਰਵਾਈਵ ਕਰਨ ਦੀ ਕੋਸ਼ਿਸ਼ ਨਾ ਕਰੇ। ਇਹਨੂੰ ਪੰਥ ਪ੍ਰਵਾਨ ਨਹੀਂ ਕਰਦਾ, ਸਾਡਾ ਪੂਰੀ ਕੌਮ ਦਾ। ਮੈਨੂੰ ਦੁਨੀਆ ਭਰ ਚੋਂ ਪੰਥ ਦਰਦੀਆਂ ਨੇ ਐਪਰੀਸ਼ੀਏਟ ਕੀਤਾ ਮੇਰੇ ਇਸ ਮਸਲੇ ਨੂੰ। ਔਰ ਮੈਂ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਕਿ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵਾ, ਉਹਦੇ 'ਚ ਰੁਕਾਵਟ ਨਾ ਪਵੇ, ਇਹਦੇ ਲਈ ਸਰਦਾਰ ਧਾਮੀ ਸਾਹਿਬ ਦੀ ਵੱਧ ਜ਼ਿੰਮੇਵਾਰੀ ਬਣਦੀ ਆ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰਕੇ ABC ਕਿਸੇ ਵੀ ਪੰਥ ਦਰਦੀ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਸ਼ਾਮਲ ਕਰ ਲੈਣ। ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜ਼ਿਆਦਾ ਤਾਕਤ ਬਣਦੀ ਆ ਤੇ ਫਿਰ ਇੱਕ ਕਾਂਗਰਸ ਦਾ ਵੀ ਸ਼ਾਮਲ ਕਰ ਲੈਣ, ਇੱਕ BJP ਦਾ ਵੀ ਸ਼ਾਮਲ ਕਰ ਲੈਣ, ਤੇ ਇੱਕ ਆਮ ਆਦਮੀ ਪਾਰਟੀ ਦਾ ਵੀ ਸ਼ਾਮਲ ਕਰ ਲੈਣ। ਵੀ ਜੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਜ਼ਿਆਦਾ ਪਾਵਰ ਬਣਦੀ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਤਾਂ ਫਿਰ ਉਹਨਾਂ ਨੂੰ ਵੀ ਸ਼ਾਮਲ ਕਰ ਲਓ, ਆਗੂਆਂ ਨੂੰ। ਜਿਹੜੇ ਗੁਨਾਹਗਾਰ ਨੇ, ਕੱਲ ਨੂੰ ਤੁਸੀਂ ਕਹੋਗੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਆ, ਕੱਲ ਨੂੰ ਕੋਈ ਕਹੇ ਵੀ ਪੰਥ ਮੱਸੇ ਰੰਗੜ ਨੂੰ ਵੀ ਸ਼ਾਮਲ ਕਰ ਲੈਂਦਾ, KVS ਗਿੱਲ ਨੂੰ ਵੀ ਸ਼ਾਮਲ ਕਰ ਲੈਂਦਾ, ਜਾਂ ਬੇਅੰਤ ਸਿੰਘ ਨੂੰ ਵੀ ਸ਼ਾਮਲ ਕਰ ਲੈਂਦਾ ਇਹਨਾਂ ਗੱਲਾਂ 'ਚ, ਜਿੰਨਾ ਕਰਕੇ ਇਹ ਅੱਜ ਜੇਲ੍ਹਾਂ 'ਚ ਸੜ ਰਹੇ ਆ, ਜਿਨ੍ਹਾਂ ਦੀਆਂ ਗਲਤੀਆਂ ਕਰਕੇ, ਗੁਨਾਹਾਂ ਕਰਕੇ ਜਿਹੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ, ਉਸ ਕਾਰਨ ਉਹਨਾਂ ਨੂੰ ਹੀ ਵਿੱਚ ਸ਼ਾਮਲ ਕਰ ਲਈਏ। ਜਿਹਨੇ ਗੁਨਾਹਗਾਰ ਨੇ, ਅਸੀਂ ਤਾਂ ਇਨਸਾਫ ਲੈਣ ਜਾਣਾ, ਅਸੀਂ ਤਾਂ ਉਹਨਾਂ ਦੀ ਰਿਹਾਈ ਮੰਗਣੀ ਆ, ਤੇ ਜਿਨ੍ਹਾਂ ਨੇ ਬੰਦੀ ਬਣਾਇਆ ਉਹ ਵਿੱਚ ਸ਼ਾਮਲ ਹੋਣਗੇ। ਦੂਜੀ ਗੱਲ ਮੈਂ ਇੱਕ ਨਾਲ ਕਹਿਦਾ, ਜਿੰਨੇ SGPC ਮੈਂਬਰ ਬਿਆਨ ਦੇ ਰਹੇ ਆ ਨਾ, ਮੈਂ ਸਤਿਕਾਰ ਕਰਦਾ ਉਹਨਾਂ ਭਰਾਵਾਂ ਦਾ, ਜਿੰਨੇ ਵੀ SGPC ਮੈਂਬਰ ਆ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਆ, ਮੇਰੇ ਸਵਾਲਾਂ ਦੇ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਵੇ। ਆਪਣੇ ਸਪਾਹ ਸਲਾਰਾਂ ਤੋਂ ਜਾਂ ਆਪਣੇ ਪਿਆਦਿਆਂ ਤੋਂ ਜਾਂ ਆਪਣੇ ਚਾਪਲੂਸਾਂ ਤੋਂ ਬਿਆਨ ਨਾ ਦਵਾਵੇ। ਉਹਨਾਂ ਦੀ ਵਿਚਾਰਿਆਂ ਦੀ ਮਜਬੂਰੀ ਆ, ਉਹਨਾਂ ਨੇ ਉਹਨਾਂ ਦੇ ਕਹਿਣ ਤੇ ਦੇਣੇ ਪੈਣੇ ਆ। ਤੇ ਕਈਆਂ ਦੀ ਇੱਛਾ ਹੁੰਦੀ ਆ ਕਿ ਮੈਨੂੰ ਅਹੁਦਾ ਵੱਡਾ ਮਿਲ ਜੇ, ਦਾਦੂਵਾਲ ਦਾ ਵਿਰੋਧ ਕਰਕੇ ਤੇ ਮੈਨੂੰ ਸੁਖਬੀਰ ਸਿੰਘ ਬਾਦਲ ਕੋਲੋਂ SGPC ਜਾਂ ਅਕਾਲੀ ਦਲ 'ਚ ਅਹੁਦਾ ਵੱਡਾ ਮਿਲ ਜੇ। ਇਹ ਤਾਂ ਬੋਲਦੇ ਆ, ਉਹ ਤਾਂ ਕਰਕੇ ਬਿਆਨਬਾਜ਼ੀ ਕਰ ਰਹੇ ਆ। ਉਹ ਕੀ ਮੈਨੂੰ ਕਹਿਣਾ ਚਾਹੁੰਦੇ ਨੇ ਉਹ ਮੈਂਬਰ, ਵੀ ਤੁਸੀਂ ਸੁਖਬੀਰ ਸਿੰਘ ਬਾਦਲ ਹੈ ਤਾਂ ਦੋਸ਼ੀ ਆ, ਪਰ ਤੁਸੀਂ ਉਹਨੂੰ ਪੋਲਿਸ਼ ਮਾਰ ਕੇ ਲੀਡਰ ਮੰਨ ਲਓ, ਆਗੂ ਮੰਨ ਲਓ ਤੁਸੀਂ ਉਹਨੂੰ। ਉਹ ਕੀ ਕਹਿਣਾ ਚਾਹੁੰਦੇ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੀਡਰ ਮੰਨ ਲਓ, ਆਗੂ ਮੰਨ ਲਓ, ਉਹ ਉਹਦੇ ਗੁਨਾਹਾਂ ਨੂੰ ਮਾਫ ਕਰ ਦਿਓ। ਮੈਂ ਨਹੀਂ ਮੁਆਫ ਕਰ ਸਕਦਾ। ਮੈਂ ਉਹਨਾਂ ਮੈਂਬਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਪੰਥ ਕੋਲੋਂ ਮਾਫੀ, ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੇ, ਜਾ ਕੇ ਪੰਥ ਕੋਲੋਂ ਮਾਫੀ ਮੰਗੇ ਕਿ ਪੰਥ ਦਾ ਹੱਕ ਹੈ ਕਿ ਉਹਨਾਂ ਨੇ ਮਾਫ ਕਰਨਾ ਕਿ ਨਹੀਂ ਕਰਨਾ। ਦੇਖੋ ਕੁਝ ਤਾਂ ਭੁੱਲਣਾ ਉਹਨਾਂ ਨੇ ਜਾ ਕੇ ਬਿਨਾਂ ਨਾਂ ਲਏ ਬਖਸ਼ਵਾਈਆਂ ਵੀ ਸੀਗੀਆਂ, ਆਪਾਂ ਸਾਰੇ ਜਾਣਦੇ। ਲੇਕਿਨ ਇੱਥੇ ਦੇਖੋ ਮੇਰਾ ਪੁਆਇੰਟ ਹੈ ਵੀ ਆਪਾਂ ਪੰਥ ਬਖਸ਼ਦਾ। ਤੁਸੀਂ ਮੇਰੀ ਇੱਕ ਗੱਲ ਸੁਣੋ, ਜੇ ਬਖਸ਼ਵਾਈਆਂ ਹੁੰਦੀਆਂ, ਪੰਥ ਨੇ ਬਖਸ਼ਿਆ ਹੁੰਦਾ, ਤੇ ਹਾਲਾਤ ਆ ਹੁੰਦਾ ਕਿ ਜਿਹੜਾ ਅਕਾਲੀ ਦਲ ਬੱਸਾਂ ਭਰ ਕੇ ਵਿਧਾਨ ਸਭਾ ਜਾਂਦਾ ਸੀ, ਅੱਜ 3 ਸੀਟਾਂ ਤੇ ਰਹਿ ਗਿਆ, ਇੱਕ ਮਾਝਾ, ਇੱਕ ਮਾਲਵਾ, ਇੱਕ ਦੁਆਬਾ, ਤੇ ਦੁਆਬੇ ਵਾਲੀ ਵੀ ਜਿਹੜੀ ਉਹ ਬਸਪਾ ਦੀ। ਆਹ ਹਾਲਾਤ ਥੋੜੀ ਹੁੰਦੇ। ਪੰਥ ਨੇ ਮੁਆਫ ਨਹੀਂ ਕੀਤਾ, ਕੌਮ ਨੇ ਮੁਆਫ ਨਹੀਂ ਕੀਤਾ, ਕਿਉਂਕਿ ਉਹ ਮੁਆਫੀ ਦਾ ਢੰਗ ਨਹੀਂ ਸੀ ਜਿਹੜਾ ਉਹਨਾਂ ਨੇ ਅਪਣਾਇਆ ਸੀ। ਇਹ ਮੁਆਫੀ ਦਾ ਢੰਗ ਨਹੀਂ ਸੀ। ਮੈਂ ਤੁਹਾਡੀ ਗੱਲ ਕੁਛ ਨਹੀਂ, ਲੇਕਿਨ ਇੱਥੇ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਫੇਰ ਮੁੱਦਾ। ਤੁਸੀਂ ਦੋ ਗੱਲਾਂ ਕੀਤੀਆਂ, ਹੁਣ ਮੇਰੀ ਗੱਲ ਥੋੜੀ ਧਿਆਨ ਨਾਲ ਸੁਣਿਓ, ਇਹਦਾ ਤਰਕ ਸੁਣਿਓ। ਤੁਸੀਂ ਕਹਿ ਰਹੇ ਇਹਦੇ ਵਿੱਚ BJP ਵੀ ਸ਼ਾਮਲ ਕਰ ਲੈਂਦੇ, ਕਾਂਗਰਸ ਵੀ ਸ਼ਾਮਲ ਕਰ ਲੈਂਦੇ, ਕੱਲ ਨੂੰ KPS ਗਿੱਲ ਨੂੰ ਵੀ ਤੁਸੀਂ ਕਹੋਗੇ ਵੀ ਚਲੋ ਹੁਣ ਤਾਂ ਉਹ ਹੈ ਨਹੀਂ ਲੇਕਿਨ ਸ਼ਾਮਲ ਕਰ ਲਓ। ਮੇਰਾ ਇੱਕ ਹੋਰ ਤਰਕ ਇਹ ਹੈ ਕਿ ਇਹ ਅਜਿਹਾ ਮੁੱਦਾ ਹੈ ਜੋ ਕਿ ਠੀਕ ਹੈ ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਲੇਕਿਨ ਜਦੋਂ ਵੀ ਕੋਈ ਮਾਫੀ ਦੀ ਗੱਲ ਆਉਂਦੀ ਹੈ, ਇਸ ਤਰੀਕੇ ਦੀ ਆਪਾਂ ਲਾਮਬੰਦੀ ਕਰਨ ਚੱਲੇ ਆ, ਤਾਂ ਬਹੁਤ ਅਜਿਹੀਆਂ ਧਿਰਾਂ ਨੇ ਜੋ ਕਿ ਪ੍ਰਭਾਵਿਤ ਵੀ ਹੋਈਆਂ ਨੇ। ਮਿਸਾਲ ਦੇ ਤੌਰ ਤੇ ਇਹਨਾਂ 22 ਜਿਹੜੇ ਸਿੱਖ ਬੰਦੀ ਹੈਗੇ ਨੇ, ਉਹਨਾਂ ਦੇ ਵਿੱਚੋਂ 7 ਜਿਹੜੇ ਮੁਲਜ਼ਮ ਹੈਗੇ ਨੇ ਜਿਨ੍ਹਾਂ ਨੂੰ ਅਦਾਲਤਾਂ ਨੇ ਸਜ਼ਾ ਦਿੱਤੀਆਂ ਨੇ, ਉਹ ਬੇਅੰਤ ਸਿੰਘ ਕਤਲकांड ਦੇ ਵਿੱਚ ਮਾਰੇ ਗਏ। ਹੁਣ ਤੁਸੀਂ ਬੇਅੰਤ ਸਿੰਘ ਉਹਨਾਂ ਨੂੰ ਤਾਂ ਜੋ ਮੰਨਦੇ ਹੋ ਸੋ ਮੰਨਦੇ ਹੋ, ਲੇਕਿਨ ਬੇਅੰਤ ਸਿੰਘ ਦੇ ਨਾਲ ਤਕਰੀਬਨ 1 ਦਰਜਨ ਤੋਂ ਵੱਧ ਹੋਰ ਵੀ ਲੋਕ ਮਾਰੇ ਗਏ ਸੀਗੇ ਜਿਹੜੇ। ਹੁਣ ਉਹਨਾਂ ਦੇ ਪਰਿਵਾਰ ਨੇ, ਤੇ ਰਵਨੀਤ ਬਿੱਟੂ ਜਾਂ ਮਨਿੰਦਰਜੀਤ ਸਿੰਘ ਬਿੱਟਾ ਜਿਸ ਉੱਤੇ ਕੀ ਬੰਬ ਲਾਇਆ ਗਿਆ ਜਿਹੜਾ ਦਿੱਲੀ ਦੇ ਵਿੱਚ ਚੱਲਿਆ, ਜਿਸ ਲਈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਉਹਨਾਂ ਨੂੰ ਅਕਿਊਜ਼ ਬਣਾ ਕੇ ਸਜ਼ਾਵਾਂ ਦਿੱਤੀਆਂ ਗਈਆਂ,
ਮੈਂ ਤਾਂ ਕਹਿੰਦਾ ਵੀ ਅਜਿਹੇ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਉਣ 'ਚ ਦਿੱਕਤ ਕੀ ਹੈ? ਅਸੀਂ ਰਣਜੀਤ ਸਿੰਘ ਕੁੱਕੀ ਗਿੱਲ ਵਰਗੇ ਕੇਸਾਂ ਤੋਂ ਕਿਉਂ ਨਹੀਂ ਸਮਝਦੇ, ਜਿੱਥੇ ਕਿ ਅਵੰਤਿਕਾ ਮਾਕਨ ਉਹਨਾਂ ਦੇ ਨਾਲ ਰਲ ਕੇ ਆਪਸ ਦੇ ਵਿੱਚ ਗੱਲ ਕਰਕੇ ਇੱਕ ਕਲੋਜ਼ਰ ਕਰਦੇ ਆ, ਕਿਉਂਕਿ ਇਹ ਗੱਲਬਾਤ ਸਿਰਫ ਇੱਕ ਤਰਫਾ ਨਹੀਂ ਹੋ ਸਕਦੀ। ਜੇ ਤੁਸੀਂ ਕਹੋਗੇ ਵੀ ਸਿਰਫ ਇੱਕ ਪਾਸਿਓਂ ਇਹ ਪੂਰਾ ਜ਼ੋਰ ਲਗਾਇਆ ਜਾਏ ਤੇ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਪੂਰੇ ਪ੍ਰੋਸੈਸ ਚੋਂ ਬਾਹਰ ਰੱਖਿਆ ਜਾਏ, ਇੱਕ ਵੱਖਰੀ ਡਾਇਮੈਂਸ਼ਨ ਹੈ, ਕੱਲੇ ਬੀਜੇਪੀ ਕਾਂਗਰਸ ਦੀ ਨਹੀਂ। ਮੈਂ ਇਸੇ ਵਾਸਤੇ ਕਹਿ ਰਿਹਾ ਵੀ ਅੱਜ ਫੇਰ ਉਹ ਸਿਆਸਤ ਹਾਵੀ ਹੋ ਰਹੀ ਹੈ ਇਸ ਪੂਰੀ ਦੀ ਪੂਰੀ ਮੁਹਿੰਮ ਉੱਤੇ, ਜਦੋਂ ਕਿ ਇਸ ਪੂਰੀ ਗੱਲਬਾਤ ਨੂੰ ਇਹਦਾ ਜਿਹੜਾ ਕਾਨੂੰਨੀ ਪੱਖ ਹੈ, ਸੰਵਿਧਾਨਕ ਪੱਖ ਹੈ, ਅਦਾਲਤ ਦੇ ਵਿੱਚ ਜਿਹੜਾ ਪੱਖ ਨੇ ਮੰਨਿਆ ਜਾਣਾ ਹੈ, ਉਹ ਇੱਕ ਹਿਊਮੈਨਿਟੇਰੀਅਨ ਬੇਸ ਉੱਤੇ ਆਪਾਂ ਗੱਲ ਕਰ ਰਹੇ ਹਾਂ। ਆਪਾਂ ਇੱਕ ਮਨੁੱਖੀ ਇਸ਼ੂ ਨੂੰ ਆਧਾਰ ਬਣਾ ਕੇ ਇਸ ਮੁਹਿੰਮ ਨੂੰ ਅੱਗੇ ਨਹੀਂ ਤੋਰਦੇ ਤੇ ਆਪਾਂ ਜਿਹੜੀ ਵੀ ਮੁਹਿੰਮ ਆਪਾਂ ਬਣਾਈ ਇਸ ਨੂੰ ਇੱਕ ਪੰਥਕ ਲਹਿਰ ਦੀ ਤਰੀਕੇ ਨਾਲ ਤੁਸੀਂ ਲੈ ਰਹੇ ਹੋ, ਲੇਕਿਨ ਉਹਦੇ ਵਿੱਚ ਵੀ ਹੁਣ ਆਪਾਂ ਇੱਕ ਦੂਸਰੇ ਦੀ ਖਿਲਾਫਤ ਕਰ ਰਹੇ ਹਾਂ। ਇਹ ਤਾਂ ਮੈਨੂੰ ਲੱਗਦਾ ਕਾਊਂਟਰ ਪ੍ਰੋਡਕਟਿਵ ਗੱਲਬਾਤ ਹੀ ਹੈ। ਮੈਂ ਜਵਾਬ ਦੇਣਾ ਚਾਹੁੰਦਾ ਲੱਖੀ ਸਾਹਿਬ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਹਰੇਕ ਪੀੜਤ ਦੇ ਨਾਲ ਆ। ਐਸ ਮਨੁੱਖੀ ਅਧਿਕਾਰਾਂ ਦੀ ਗੱਲ, ਮਨੁੱਖੀ ਅਧਿਕਾਰਾਂ, ਹਿਊਮਨ ਰਾਈਟ ਦੀ ਗੱਲ ਤੇ ਅਸੀਂ ਉਹਨਾਂ ਦੀ ਮੁਆਫੀ ਮੰਗ ਰਹੇ ਹਾਂ, ਕਿ ਉਹਨਾਂ ਦੀ ਰਿਹਾਈ ਮੰਗ ਰਹੇ ਹਾਂ, ਕਿ ਉਹਨਾਂ ਨੇ ਜਿੰਨੀ ਸਜ਼ਾ ਮਿਲੀ ਸੀ ਪੂਰੀ ਕਰ ਲਈ ਆ, ਉਸ ਦੇ ਬਾਵਜੂਦ ਉਹ ਨਜ਼ਰਬੰਦ ਨੇ। ਨੰਬਰ 1। ਨੰਬਰ 2, ਕੋਈ ਵੀ ਪੀੜਤ ਆ ਉਸ ਘਟਨਾ ਦੇ ਦੌਰਾਨ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ, ਅਸੀਂ ਹਰੇਕ ਨਾਲ ਜਿਹੜੀ ਹਮਦਰਦੀ, ਗੁਰੂ ਨਾਨਕ ਨੇ ਸਰਬੱਤ ਦਾ ਭਲਾ ਮੰਗਿਆ, ਅਸੀਂ ਸਰਬੱਤ ਦੇ ਭਲੇ ਦੇ ਧਾਰਨੀ ਆ। ਜਿਹੜੇ ਪੀੜਤ ਆ ਉਹ ਸਾਨੂੰ ਮਿਲਣ, ਜਿਹੜੀ ਕਮੇਟੀ ਬਣਾਈ ਹੈ ਐਸਜੀਪੀਸੀ ਨੇ, ਉਹਨੂੰ ਮਿਲਣ ਵੀ ਅਸੀਂ ਇਸ ਗੱਲ ਤੋਂ ਪੀੜਤ ਆ, ਸਾਨੂੰ ਇਨਸਾਫ, ਜੇ ਅਸੀਂ ਉਹਨਾਂ ਦੀ ਬਾਂਹ ਨਾ ਫੜੀਏ ਜਿੱਥੇ ਤੱਕ ਰਵਨੀਤ ਬਿੱਟੂ, ਮੈਂ ਕਹਿੰਦਾ ਵੀ ਕਮੇਟੀ ਵੀ ਮਿਲੇ। ਮੈਂ ਤੁਹਾਡੀ ਗੱਲ ਨੂੰ ਅੱਗੇ ਐਡ ਕਰਦਾ, ਤੁਸੀਂ ਜਵਾਬ ਦਿਓ। ਮੈਂ ਕਹਿੰਦਾ ਵੀ ਕਮੇਟੀ ਵੀ ਪਹਿਲ ਕਰੇ ਨਾ ਉਹਦੇ ਚ। ਰਵਨੀਤ ਅਜੇ ਤਾਂ ਬਣੀ ਆ ਨਾ, ਅਜੇ ਤਾਂ ਸ਼ੁਰੂਆਤ ਹੋਈ ਆ। ਰਵਨੀਤ ਸਿੰਘ ਬਿੱਟੂ ਦੋਗਲਾਪਣ ਨਾ ਕਰੇ। ਦੇਖੋ ਉਹ ਐਮਪੀ ਆ, ਉਹਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਐਮਪੀ ਬਣਾਇਆ, ਉਹਨੂੰ ਲੁਧਿਆਣੇ ਤੋਂ ਵੀ 2 ਵਾਰ ਬਣਾਇਆ। ਰਵਨੀਤ ਸਿੰਘ ਬਿੱਟੂ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 3 ਖੇਤੀ ਕਾਨੂੰਨ ਰੱਦ ਕਰ ਦੇਣ ਤਾਂ ਮੈਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਉਹ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਖੇਤੀ ਕਾਨੂੰਨ ਰੱਦ ਕਰਤੇ, ਤੇ ਹੁਣ ਜ਼ਬਾਨ ਤੋਂ ਮੁੱਕਰਦੇ ਕਿਉਂ ਆ ਬਿੱਟੂ ਸਾਹਿਬ? ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਦੋਗਲਾਪਣ ਨਹੀਂ ਦਿਖਾਉਣਾ ਚਾਹੀਦਾ, ਹੁਣ ਉਹ ਜ਼ਬਾਨ ਤੋਂ ਮੁੱਕਰਨਾ ਨਹੀਂ ਚਾਹੀਦਾ। ਸੂਰਬੀਰ ਬਲੀ ਹੁੰਦੇ ਆ, ਉਹਨਾਂ ਨੂੰ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ। ਦੂਸਰੀ ਗੱਲ ਆ, ਜੇ ਕਮੇਟੀ ਬਣੀ ਆ, ਜਿਹੜੇ ਪੀੜਤ ਨੇ ਉਹ ਸਾਨੂੰ ਮਿਲਣ, ਅਸੀਂ ਵੀ ਮਿਲਣ ਦੀ ਕੋਸ਼ਿਸ਼ ਕਰ ਲਾਂਗੇ ਵੀ ਦੱਸੋ ਤੁਸੀਂ ਕਿਸ ਤਰ੍ਹਾਂ ਪੀੜਤ ਆ। ਹੁਣ ਇਹ ਥੋੜੀ ਆ ਵੀ ਜਿਹੜੇ ਪੁਲਿਸ ਅਫਸਰਾਂ ਨੇ ਜਾਂ ਸਰਦਾਰ ਬੇਅੰਸੋ ਨੇ ਸਾਡਾ ਕਤਲੇਆਮ ਕੀਤਾ, ਉਹਦਾ ਪਰਿਵਾਰ ਕਹੇ ਵੀ ਮੈਂ ਪੀੜਤ ਹਾਂ, ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਕਹੇ ਮੈਂ ਪੀੜਤ ਹਾਂ। ਉਹ ਮੌਜਾਂ ਲੈ ਰਹੇ ਆ, ਉਹ ਤਾਂ ਉਹਨਾਂ ਦੇ ਨਾਂ ਤੇ ਮੌਜਾਂ ਲੈ ਰਹੇ ਆ। ਚਲੋ ਉਹ ਮੰਤਰੀ ਬਣ ਗਏ, ਉਹਨਾਂ ਦੇ ਨਾਂ ਤੇ ਲੈ ਰਹੇ ਨੇ ਸਰਦਾਰ ਬੇਅੰਤ ਸਿੰਘ। ਦੇਖੋ ਉਧਰ ਜੇ ਉਹ ਮੌਜਾਂ ਲੈ ਰਹੇ ਨੇ, ਦੇਖੋ ਉਧਰ ਜੇ ਉਹ ਮੌਜਾਂ ਲੈ ਰਹੇ ਨੇ ਤਾਂ ਇਹਨਾਂ ਦੇ ਵਿਰੋਧ ਕਰਕੇ ਤੇ ਇਨਸਾਫ ਦੀ ਗੱਲ ਕਰਕੇ ਵੀ ਵੱਡੇ ਵੱਡੇ ਅਹੁਦਿਆਂ ਤੇ ਲੋਕ ਮਾਣ ਹੀ ਰਹੇ ਨੇ ਨਾ। ਤੁਸੀਂ ਖੁਦ ਹੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਇਨਸਾਫ ਦੀ ਮੰਗ ਕਰਕੇ ਤਾਂ ਅਸੀਂ ਤਾਂ ਜੇਲ੍ਹਾਂ 'ਚ ਬੈਠੇ ਆ। ਸਾਡੇ ਬਾਪੂ ਸੂਰਜ ਸਿੰਘ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ, ਉਹਨਾਂ ਨੂੰ ਫੜ ਕੇ ਜੇਲ੍ਹ 'ਚ ਡੱਕਦਾ। ਸਾਨੂੰ ਕਿੰਨੀ ਵਾਰੀ ਡੱਕਿਆ ਸੀ। ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਦਾ ਸੰਘਰਸ਼ ਰੰਭਿਆ ਤੇ ਮੈਨੂੰ ਫੜ ਕੇ ਕਪੂਰਥਲੇ ਡੱਕਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਤੇ ਜਿਹੜੇ ਆਪਣਾ ਬਾਕੀ ਲੀਡਰ ਸੀ, ਕਿਸੇ ਨੂੰ ਅੰਮ੍ਰਿਤਸਰ ਡੱਕਤਾ, ਕਿਸੇ ਨੂੰ ਲੁਧਿਆਣੇ ਡੱਕਤਾ। ਸਾਨੂੰ ਤਾਂ ਜੇਲ੍ਹਾਂ 'ਚ ਡੱਕਿਆ। ਇਨਸਾਫ ਮੰਗਦਿਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਸਾਡਾ ਇਤਰਾਜ਼ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇਸ ਕਰਕੇ ਆ ਕਿ ਜਦੋਂ ਉਹਦਾ ਰਾਜ ਭਾਗ ਸੀ, ਉਹਨੇ ਸਾਨੂੰ ਬੰਦੀ ਬਣਾਇਆ, ਸਾਡੇ ਬੰਦੀਆਂ ਨੂੰ ਅੱਤਵਾਦੀ ਕਿਹਾ, ਕਾਤਲ ਕਿਹਾ। ਅੱਜ ਉਹ ਕਿਸ ਮੂੰਹ ਦੇ ਨਾਲ ਇੱਧਰ ਆ ਰਿਹਾ? ਉਹ ਸਿਰਫ ਆਪਣੇ ਆਪ ਨੂੰ ਪੋਲਿਸ਼ ਕਰਾਉਣ ਲਈ, ਆਕਸੀਜਨ ਲੈਣ ਲਈ, ਸਰਵਾਈਵ ਕਰਨ ਲਈ ਆ ਰਿਹਾ। ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ, ਕੋਈ ਵੀ ਆਗੂ ਜਿਹੜਾ ਹੈਗਾ ਬੇਦਾਗ, ਉਹਨੂੰ ਸਰਦਾਰ ਧਾਮੀ ਸਾਹਿਬ ਵਿੱਚ ਸ਼ਾਮਲ ਕਰ ਲੈਣ। ਜਿਹੜੀ ਕਾਂਗਰਸ ਜਾਂ ਬੀਜੇਪੀ ਜਾਂ ਆਮ ਪਾਰਟੀ ਦੀ ਮੈਂ ਗੱਲ ਕੀਤੀ, ਮੈਂ ਤਾਂ ਕੀਤੀ ਆ ਵੀ ਜੇ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ 3 ਵਾਰ ਸਰਕਾਰ ਮਾਣੀ, 2 ਵਾਰੀ ਉਹਨੇ 10 ਸਾਲ ਦਾ ਲਗਾਤਾਰ ਰਾਜ ਮਾਣਿਆ ਸੁਖਬੀਰ ਸਿੰਘ ਬਾਦਲ ਨੇ, ਜੇ ਉਹ ਇਸ ਕਮੇਟੀ ਦੇ ਵਿੱਚ ਇਨਸਾਫ ਦੀ ਮੰਗ ਕਰਨ ਲਈ ਪਾਇਆ ਜਾ ਸਕਦਾ, ਫਿਰ ਦੂਜੀਆਂ ਪਾਰਟੀਆਂ ਦੇ ਵੀ ਪਾ ਲਓ ਵੀ ਲੀਡਰਾਂ ਬਿਨਾਂ ਇਹ ਸੰਘਰਸ਼ ਨਹੀਂ ਲੜਿਆ ਜਾ ਸਕਦਾ, ਸਟਰੋਂਗ ਬਣਦਾ। ਮੈਂ ਇੱਕੋ ਗੱਲ ਕਹੀ, ਧਾਰਮਿਕ ਲੋਕ ਪਾਏ ਜਾਂਦੇ ਤਾਂ ਵਧੀਆ ਗੱਲ ਸੀਗੀ। ਜੇ ਰਾਜਨੀਤਿਕ ਪਾਉਣੇ ਤਾਂ ਵਿਦਾਗ ਪਾਏ ਜਾਣ ਤੇ ਧਰਮ ਨੂੰ ਉੱਪਰ, ਜਿੱਥੇ ਨਾ ਉੱਪਰ ਰੱਖਣ ਦੀ ਗੱਲ ਆ, ਉਹ ਮੇਰੀ ਸੁਣਿਓ। ਉਹ ਮੈਂ ਕਿਉਂ ਕਿਹਾ ਸੀ? ਧਰਮ ਉੱਪਰ ਆ, ਧਰਮ ਤੇ ਰਾਜਨੀਤੀ ਹੇਠਾਂ ਵਾ। ਧਰਮ ਨੂੰ ਸਤਿਕਾਰ ਦਿਓ। ਇਹਨਾਂ ਨੇ ਆਪਣੇ ਰਾਜ ਭਾਗ 'ਚ ਧਰਮ ਦੀ ਪੱਗ ਨੂੰ ਪੈਰਾਂ 'ਚ ਰੋਲਿਆ ਵਾ ਤੇ ਪੈਰਾਂ ਦੀ ਜੁੱਤੀ ਰਾਜਨੀਤੀ ਨੂੰ ਸਿਰ ਤੇ ਬਿਠਾਇਆ। ਤਾਂ ਕਰਕੇ ਅੱਜ ਫੇਰ ਸਾਡੇ ਸਿਰ ਤੇ ਨਾ ਬਿਠਾਓ ਸੁਖਬੀਰ ਸਿੰਘ ਬਾਦਲ ਨੂੰ। ਇਹ ਪੰਥ ਪ੍ਰਵਾਨ ਨਹੀਂ ਕਰਦਾ, ਅਸੀਂ ਪ੍ਰਵਾਨ ਨਹੀਂ ਕਰਦੇ। ਸਰਦਾਰ ਧਾਮੀ ਸਾਹਿਬ, ਤੁਹਾਡੀ ਕੋਈ ਮਜਬੂਰੀ ਹੋ ਸਕਦੀ ਆ,
ਪਰ ਸਾਡੀ ਕੋਈ ਮਜਬੂਰੀ ਨਹੀਂ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਰ ਤੇ ਬਿਠਾਈਏ, ਉਹਨੂੰ ਲੀਡਰ ਮੰਨੀਏ ਤੇ ਉਹਦੀ ਜਿਹੜੀ ਆ ਜਿਹੜਾ ਸੰਘਰਸ਼ ਲੜ ਕੇ ਤੇ ਉਹਨੂੰ ਅਸੀਂ ਸਰਵਾਈਵ ਕਰਕੇ ਆਕਸੀਜਨ ਦਈਏ। ਪੰਥ ਦਾ ਖਦਸ਼ਾ ਵਾ, ਕੌਮ ਦਾ ਖਦਸ਼ਾ ਵਾ, ਤੇ ਜਿਹੜੇ ਜਜ਼ਬਾਤ ਕੌਮ ਦੇ ਸੀਗੇ ਉਹ ਮੇਰੇ ਰਾਹੀਂ ਪ੍ਰਗਟ ਹੋਏ ਆ, ਮੇਰੀ ਲਿਖਤ, ਮੇਰੀ ਚਿੱਠੀ ਦੇ ਰਾਹੀਂ ਜਿਹੜੀ ਸਰਦਾਰ ਧਾਮੀ ਸਾਹਿਬ ਨੂੰ ਦਿੱਤੀ। ਬੰਦੀ ਸਿੰਘਾਂ ਦੇ ਸੰਘਰਸ਼ ਵਾਸਤੇ ਅਸੀਂ ਅੱਧੀ ਰਾਤ ਨੂੰ ਨੰਗੇ ਪੈਰੀਂ ਵੀ ਚੱਲ ਕੇ ਜਾਵਾਂਗੇ। ਅਸੀਂ ਕਮੇਟੀ ਚੋਂ ਬਾਹਰ ਨਹੀਂ ਹੋਏ। ਅਸੀਂ ਸਰਦਾਰ ਧਾਮੀ ਸਾਹਿਬ ਨੂੰ ਕਿਹਾ ਕਿ ਧਾਮੀ ਸਾਹਿਬ ਤੁਸੀਂ ਬਾਹਰ ਕਰਨਾ 100 ਵਾਰੀ ਕਰ ਦਿਓ ਸਾਨੂੰ ਸੁਖਬੀਰ ਬਾਦਲ ਦੇ ਦਬਾਅ ਵਿੱਚ, ਪਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਲਈ, ਕਿ ਉਹ ਬੰਦੀ ਬਾਹਰ ਆਉਣੇ ਚਾਹੀਦੇ ਆ, ਪਰ ਉਸ ਕਮੇਟੀ ਦਾ ਹਿੱਸਾ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਹੋਵੇ। ਸਾਡਾ ਰੋਸ ਅਸੀਂ ਕਰਤਾ, ਬਾਹਰ ਕੱਢਣਾ ਨਾ ਕੱਢਣਾ ਤੁਹਾਡੀ ਜ਼ਿੰਮੇਵਾਰੀ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ, ਹੁਣ ਗਾਂ ਤੁਹਾਡੀ ਆ। ਪੰਥ ਨੂੰ ਜਵਾਬ ਦੇ ਸਰਦਾਰ ਧਾਮੀ ਸਾਹਿਬ ਤੁਸੀਂ ਹੈ, ਕਿਉਂਕਿ ਤੁਸੀਂ ਕਮੇਟੀ ਹੈਡ ਆ। ਦਾਦੂਵਾਲ ਸਾਹਿਬ, ਇੱਥੇ ਇਹ ਦੱਸੋ ਵੀ ਤੁਹਾਡਾ ਮਕਸਦ ਤੇ ਟਾਰਗੇਟ ਬੰਦੀ ਸਿੰਘਾਂ ਦੀ ਰਿਹਾਈ ਹੈ ਜਾਂ ਫਿਰ ਅਕਾਲੀ ਦਲ ਦੀ ਆਕਸੀਜਨ ਦੀ ਸਪਲਾਈ ਰੋਕਣਾ ਹੈ? ਸਾਡਾ ਜਿਹੜਾ ਮਕਸਦ ਹੈ, ਮੁੱਖ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਹੈ, ਪਰ ਉਸ ਬੰਦੀ ਸਿੰਘਾਂ ਦੀ ਰਿਹਾਈ ਦੀ ਆੜ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਨੂੰ ਆਕਸੀਜਨ ਨਹੀਂ ਲੈਣ ਦੇਣੀ, ਪੋਲਿਸ਼ ਨਹੀਂ ਵੱਜਣ ਦੇਣੀ, ਉਹਨਾਂ ਨੂੰ ਸਰਵਾਈਵ ਹੋਣ ਦੇ ਅਸੀਂ ਬਿਲਕੁਲ ਖਿਲਾਫ। ਉਹਨਾਂ ਨੇ ਜਿੰਨਾ ਚਿਰ ਉਹ ਪੰਥ ਨੂੰ, ਕੌਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਵਾਬ ਨਹੀਂ ਦਿੰਦੇ, ਉਹਨਾਂ ਚਿਰ ਜੇ ਉਹਨਾਂ ਨੂੰ ਪੰਥ ਮੁਆਫ ਨਹੀਂ ਕਰਦਾ ਤਾਂ ਅਸੀਂ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਲੀਡਰ ਬਣ ਕੇ, ਉਹਨਾਂ ਨੂੰ ਆਗੂ ਮੰਨ ਕੇ, ਕਿਉਂਕਿ ਉਹ ਸਰਦਾਰ ਧਾਮੀ ਸਾਹਿਬ ਜਦੋਂ ਜਿਸ ਤਰ੍ਹਾਂ ਇੱਕ ਪ੍ਰੋਟੋਕਾਲ ਹੁੰਦਾ ਕਿ ਜਿਹੜਾ ਹੁੰਦਾ ਆਪਣਾ ਮੁੱਖ ਬੰਦਾ ਹੁੰਦਾ, ਉਹਨੂੰ ਅਖੀਰ ਤੇ ਬੁਲਾਇਆ ਜਾਂਦਾ ਹਨਾ, ਕਿਤੇ ਵੀ ਰੈਲੀਆਂ ਚ ਉਹਨਾਂ ਨੂੰ ਮੁੱਖ ਤੌਰ ਤੇ ਪੇਸ਼ ਕੀਤਾ ਜਾਂਦਾ। ਉਹਦੇ ਚ ਦੇਖੋ ਪ੍ਰੋਟੋਕਾਲ ਦੇ ਝਗੜੇ ਨਹੀਂ, ਪ੍ਰੋਟੋਕਾਲ ਦੇ ਝਗੜੇ, ਲਾਊਡ ਸਪੀਕਰ ਤੇ ਕਿਹਨੂੰ ਕਿੰਨਾ ਟਾਈਮ ਦੇਣਾ ਹੈ, ਕਿਹਨੂੰ ਕਿੰਨਾ ਸਮਾਂ ਦੇਣਾ ਹੈ, ਉਹ ਗ੍ਰੇਡਿੰਗ ਕੀ ਹੈ, ਸੀਨੀਅਰਿਟੀ ਕੀ ਹੈ, ਇਹ ਸਾਰੀਆਂ ਚੀਜ਼ਾਂ ਦਾ ਮਤਲਬ ਮੈਨੂੰ ਲੱਗਦਾ ਵੀ ਜਦੋਂ ਤੁਹਾਡਾ ਕੌਜ਼ ਐਡਾ ਵੱਡਾ ਹੈ, ਲੜਾਈ ਐਡੀ ਵੱਡੀ ਹੈ, ਦਿੱਕਤਾਂ ਐਡੀਆਂ ਜ਼ਿਆਦਾ ਨੇ, ਤੁਸੀਂ ਬੜੇ ਵੱਡੇ ਕੌਜ਼ ਦੀ ਲੜ ਰਹੇ, ਬੜੀ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਇਸ਼ੂ ਬਣਦੇ ਜਾ ਰਹੇ ਨੇ। ਨਹੀਂ, ਇਹ ਛੋਟੀ ਗੱਲ ਨਹੀਂ ਹੈ ਲੱਖੀ ਸਾਹਿਬ, ਛੋਟੀ ਗੱਲ ਨਹੀਂ ਹੈ। ਮੇਰੇ ਕੋਲ ਸਵਾਲ ਨਹੀਂ, ਮੇਰਾ ਇੱਕ ਹੋਰ ਕਾਊਂਟਰ ਹੈ। ਬਲਵੰਤ ਸਿੰਘ ਰਾਜੋਆਣਾ, ਇਹਨਾਂ 22 ਜਿਹੜੇ ਸਿੰਘ ਬੰਦੀਆਂ ਦੇ ਵਿੱਚੋਂ ਬਲਵੰਤ ਸਿੰਘ ਰਾਜੋਆਣਾ 21 ਹੁੰਦੇ ਨੇ, ਪੈਰੋਲ ਦੇ ਉੱਤੇ ਉਹ ਆਉਂਦੇ ਨੇ ਚੋਣਾਂ ਤੋਂ ਪਹਿਲਾਂ, ਉਹ ਇੱਕ ਪਾਰਟੀ ਦੀ ਹਿਮਾਇਤ ਕਰਦੇ ਨੇ। ਉਹ ਪਾਰਟੀ ਕਿਹੜੀ ਹੁੰਦੀ ਹੈ? ਤੁਸੀਂ ਖੁਦ ਕਿਉਂਕਿ ਉਹਨਾਂ ਦਾ ਜ਼ਿਕਰ ਕੀਤਾ ਬਲਵੰਤ ਸਿੰਘ ਰਾਜੋਆਣਾ ਵਾਲਾ, ਹੁਣ ਉਹ ਤਾਂ ਅਕਾਲੀ ਦਲ ਜਾਂ ਉਸਦੇ ਪ੍ਰਧਾਨ ਦੇ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੂੰ ਆਪਣਾ ਲੀਡਰ ਸ਼ਾਇਦ ਮੰਨ ਰਹੇ ਹੋਣਗੇ। ਜਿਸ ਤਰੀਕੇ ਨਾਲ ਆ ਕੇ ਉਹਨਾਂ ਨੇ ਖੁੱਲੇਆਮ ਇਹ ਗੱਲ ਕਹੀ ਕਿ ਜੀ ਅਕਾਲੀ ਦਲ ਨੂੰ ਵਾਪਸ ਸੱਤਾ ਦੇ ਵਿੱਚ ਲਿਆਂਦਾ ਜਾਵੇ, ਇਹ ਪ੍ਰਚਾਰ ਸੀਗਾ, ਇਸ ਵਕਤ ਪ੍ਰਚਾਰ ਕੀਤਾ ਗਿਆ। ਤੇ ਜੇ ਉਹਨਾਂ ਨੂੰ ਇਤਰਾਜ਼ ਨਹੀਂ, ਜਿਹੜੇ ਖੁਦ ਬੰਦੀ ਸਿੰਘ ਹੈ, ਤਾਂ ਫਿਰ ਤੁਸੀਂ ਜਾਂ ਕੋਈ ਹੋਰ ਇਤਰਾਜ਼ ਕਰਨ ਵਾਲਾ ਕਿਉਂ ਹੁੰਦਾ ਹੈ? ਕੌਣ ਹੁੰਦਾ ਹੈ? ਇਹ ਵੀ ਇੱਕ ਜਿਹੜਾ ਪੰਥ ਦਾ ਖਦਸ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਸਿਰਫ ਰਾਜੋਆਣਾ ਨੂੰ ਰਿਹਾ ਕਰਾਉਣ ਲਈ ਇਹ ਸੰਘਰਸ਼ ਜਿਹੜਾ ਕਰ ਰਹੀ ਆ। ਉਹ ਸਿਰਫ ਤਾਂ ਹੀ ਮੈਂ ਉਸ ਦਿਨ ਖਦਸ਼ਾ ਜ਼ਾਹਰ ਕੀਤਾ ਸੀਗਾ 11 ਤਰੀਕ ਦੇ ਇਕੱਠ ਵਿੱਚ ਵੀ ਤੇ 19 ਵਾਲੀ ਮੀਟਿੰਗ 'ਚ ਵੀ, ਕਿ ਸਰਦਾਰ ਧਾਮੀ ਸਾਹਿਬ ਸਾਰੇ ਬੰਦੀ ਸਿੰਘਾਂ ਦੀ ਬਰਾਬਰ ਪੈਰਵਾਈ ਹੋਣੀ ਚਾਹੀਦੀ ਆ। ਇਹ ਨਹੀਂ ਕਿ ਇੱਕ ਦੀ ਖਾਸ ਤੇ ਦੂਜਿਆਂ ਵਾਰੀ ਘੇਸਲ ਵੱਟ ਲਓ, ਕਿਉਂਕਿ ਸਾਨੂੰ ਜੋ ਕੁਝ ਨਜ਼ਰ ਆ ਰਿਹਾ। ਬਾਕੀ ਸਰਦਾਰ ਰਾਜੋਆਣਾ ਸਾਹਿਬ ਦੇ ਵਿਚਾਰ ਆਪਣੇ ਨੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਦੀ ਗੱਲ ਕੀਤੀ, ਤੇ ਮੈਂ ਵੀ ਤੁਹਾਨੂੰ ਕਹਿ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਖਿਲਾਫ ਨਹੀਂ ਆ, ਇਹ ਤਾਂ ਸਾਡੀ ਪੰਥਕ ਪਾਰਟੀ ਆ, ਉਹਦੇ ਮੌਜੂਦਾ ਪ੍ਰਧਾਨ ਦੇ ਖਿਲਾਫ ਆ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਨੇ। ਅਕਾਲੀ ਦਲ ਦਾ ਕੋਈ ਬੰਦਾ ਪਾ ਲਓ ਬੇਦਾਗ ਇਸ ਕਮੇਟੀ 'ਚ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਪੈਣਾ ਚਾਹੀਦਾ। ਔਰ ਮੈਂ ਅਕਾਲੀ ਦਲ ਕੌਣ ਪਾਏਗਾ ਜੀ? ਸਾਰੇ ਅਕਾਲੀ ਦਲ ਦਾ ਪ੍ਰਧਾਨ ਤਾਂ ਸੁਖਬੀਰ ਸਿੰਘ ਬਾਦਲ ਹੈ, ਤੇ ਅਕਾਲੀ ਦਲ ਨੇ ਉਹਨਾਂ ਨੂੰ ਆਪਣਾ ਪ੍ਰਧਾਨ ਚੁਣਿਆ ਨਾ, ਤੇ ਤੁਸੀਂ ਕਿਸੇ ਪਾਰਟੀ ਦਾ ਜਥੇਬੰਦੀ ਦਾ ਪ੍ਰਧਾਨ ਤੁਸੀਂ ਥੋੜਾ ਤੈਅ ਕਰ ਸਕਦੇ ਹੋ ਨਾ, ਅਸੀਂ ਬਾਹਰ ਬੈਠ ਕੇ ਨਹੀਂ ਤੈਅ ਕਰ ਸਕਦੇ। ਬਾਦਲ ਨੂੰ ਖੁਦ ਚਾਹੀਦਾ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖੁਦ ਚਾਹੀਦਾ ਕਿ ਉਹਨਾਂ ਨੂੰ ਪਤਾ ਵੀ ਸਾਡੇ ਏਡੇ ਵੱਡੇ ਗੁਨਾਹ ਨੇ ਸਾਡੇ ਰਾਜ ਭਾਗ ਦੇ ਵਿੱਚ ਹੋਏ ਆ, ਤੇ ਅਸੀਂ ਆਪ ਹੀ ਨਾ ਇਹ ਕੰਮ ਕਰੀਏ। ਉਹਨਾਂ ਨੂੰ ਆਪ ਹੀ ਬਾਹਰ ਹੋ ਜਾਣਾ ਚਾਹੀਦਾ, ਉਹਨਾਂ ਨੂੰ ਆਪ ਹੀ ਨਹੀਂ ਸੀ ਪੈਣਾ ਚਾਹੀਦਾ ਇਹਦੇ ਵਿੱਚ। ਇਹ ਵੀ ਕੀ ਉਹ ਇਹ ਨਹੀਂ ਸਮਝਦੇ ਕਿ ਕੋਈ ਵੀ ਉਹਨਾਂ ਦੀ ਪਾਰਟੀ ਵਿੱਚ ਜਾਂ ਉਹਨਾਂ ਦੀ ਕਾਰਜਕਰਨੀ ਦੇ ਵਿੱਚ ਜਾਂ ਪੂਰੇ ਦਲ ਦੇ ਵਿੱਚ ਕੋਈ ਐਡਾ ਕਾਮਲ ਬੰਦਾ ਨਹੀਂ? ਕਿ ਮੈਂ ਤਾਂ ਹੈਰਾਨ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਸੇ ਨੂੰ ਕਾਮਲ ਹੀ ਨਹੀਂ ਮੰਨਦੇ, ਕਿਸੇ ਨੂੰ ਕਾਮਯਾਬ ਆਗੂ ਹੀ ਨਹੀਂ, ਪੰਥਕ ਆਗੂ ਹੀ ਨਹੀਂ ਮੰਨਦੇ ਆਪਣੇ ਅਕਾਲੀ ਦਲ ਦੇ ਅੰਦਰ ਵੀ ਉਹ ਜਿਹੜਾ ਇਸ ਕਮੇਟੀ 'ਚ ਪੈ ਸਕਦਾ ਹੁੰਦਾ। ਉਹਨਾਂ ਨੂੰ ਤਾਂ ਹੁਣ ਤੱਕ ਚਾਹੀਦਾ ਸੀ, ਜਦੋਂ ਸਵਾਲ ਉੱਠੇ ਸੀ ਉਦੋਂ ਹੀ ਕਹਿ ਦਿੰਦੇ ਵੀ ਮੈਂ ਖਿਮਾ ਮੰਗਦਾ, ਜਿੰਨਾ ਚਿਰ ਮੇਰੇ ਕੋਲ ਆਹ ਸਵਾਲ ਨੇ ਮੇਰੇ ਤੇ ਮੇਰੇ ਰਾਜ ਭਾਗ ਦੇ, ਮੈਂ ਉਹਨਾਂ ਚਿਰ ਬਾਹਰ ਆ, ਤੇ ਸਾਡੀ ਜਥੇਬੰਦੀ ਵੱਲੋਂ ਆਹ ਆਗੂ ਜਿਹੜਾ ਇਸ ਕਮੇਟੀ ਵਿੱਚ ਬੈਠੇਗਾ ਤੇ ਸੰਘਰਸ਼ ਦਾ ਹਿੱਸਾ ਬਣੇਗਾ। ਉਹਨਾਂ ਨੂੰ ਤਾਂ ਖੁਦ ਚਾਹੀਦਾ ਹੈ। ਰਹੀ ਗੱਲ ਦੂਜਾ, ਸਰਦਾਰ ਰਾਜੋਆਣਾ ਸਾਹਿਬ ਕੀ ਕਹਿੰਦੇ ਆ, ਉਹਨਾਂ ਦੇ ਵਿਚਾਰ ਆਪਣੇ, ਅਸੀਂ ਸਤਿਕਾਰ ਸਾਰੇ ਬੰਦੀ ਸਿੰਘਾਂ ਦਾ ਕਰਦੇ ਆ।
ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਪਹਿਲਾਂ ਵੀ ਕੀਤਾ, ਹੁਣ ਵੀ ਕਰ ਰਹੇ ਹਾਂ ਤੇ ਕਰਾਂਗੇ ਵੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਸਿੰਘ ਬਾਦਲ ਦੇ ਦਬਾਅ 'ਚ ਸਰਦਾਰ ਧਾਮੀ ਸਾਹਿਬ ਮੈਨੂੰ ਬਾਹਰ ਵੀ ਕਰ ਦੇਣਗੇ, ਮੈਂ ਬਾਹਰੋਂ ਰਹਿ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੀ ਸਿੰਘਾਂ ਦੇ ਰਿਹਾਈ ਦੇ ਸੰਘਰਸ਼ ਦਾ ਸਮਰਥਨ ਕਰਦਾ ਰਹੂੰਗਾ। ਉਹਨਾਂ ਦਾ ਫਾਇਦਾ ਕੀ ਹੋਏਗਾ ਫਿਰ? ਅਚੀਵ ਕੀ ਕੀਤਾ? ਦੇਖੋ ਤੈਨੂੰ ਹਾਸਲ ਕੀ ਹੋਇਆ? ਕੱਲਾ ਇੱਕ ਸੁਖਬੀਰ ਬਾਦਲ ਨੂੰ ਨਹੀਂ, ਉਹਨੂੰ ਸੁਖਬੀਰ ਬਾਦਲ ਨੂੰ ਕੱਢਣ ਦੇ ਇਰਾਦੇ ਦੇ ਨਾਲ ਆਪਾਂ ਵੱਡਾ ਨੁਕਸਾਨ ਕਰ ਲਈਏ। ਨਹੀਂ ਲੱਕੀ ਸਾਹਿਬ, ਤੁਸੀਂ ਮੈਨੂੰ ਦੱਸੋ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਇਹ ਕਮੇਟੀ ਕੰਮ ਨਹੀਂ ਕਰ ਸਕਦੀ? ਉਹਦੇ 'ਚ ਬਾਕੀ ਜਿਹੜੇ 10 ਮੈਂਬਰ ਨੇ, ਕਿ ਉਹਨਾਂ ਦਾ ਕੋਈ ਅਹੁਦਾ ਨਹੀਂ, ਕੋਈ ਮਾਣ ਸਨਮਾਨ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਪਹੁੰਚ ਨਹੀਂ ਹੈ ਉਹਨਾਂ ਦੀ, ਉਹ ਪੰਥਕ ਨਹੀਂ ਹੈ। ਤੇ ਜੇ ਸਰਦਾਰ ਉਹਨਾਂ 'ਚੋਂ ਕਿਸੇ ਨੇ ਰਾਜ ਨਹੀਂ ਕੀਤਾ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਾਜ ਕੀਤਾ ਵਾ, ਔਰ ਆਪਣੇ ਰਾਜ 'ਚ ਇਹਨਾਂ ਬੰਦੀਆਂ ਵੱਲ ਨਹੀਂ ਦੇਖਿਆ। ਸਵਾਲ ਉਹਨਾਂ ਤੇ ਤਾਂ ਨੇ, ਰਾਜਨੀਤਿਕ ਆਗੂ ਦਾ ਹੋਰ ਵੀ ਹੈਗੇ ਆ ਵਿੱਚ, ਪਰ ਉਹਨਾਂ ਤੇ ਸਵਾਲ ਤਾਂ ਆ ਕਿ ਉਹਨਾਂ ਨੇ ਰਾਜ ਕੀਤਾ ਵਾ ਪੰਜਾਬ ਦੇ ਵਿੱਚ, ਲਗਾਤਾਰ 10 ਸਾਲ ਕੀਤਾ ਵਾ। ਜਿਨ੍ਹਾਂ ਨੇ ਬੰਦੀਆਂ ਦੀ ਰਿਹਾਈ ਮੰਗੀ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ। ਬਾਪੂ ਸੂਰਤ ਸਿੰਘ ਕਿਸੇ ਹੋਰ ਨੇ ਨਹੀਂ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ ਪਿੰਡ ਹਸਨਪੁਰ ਤੋਂ ਚੱਕ ਕੇ DMC 'ਚ ਸਿੱਟਿਆ, ਜਿਹੜਾ ਅੱਜ ਤੱਕ ਉਦੋਂ ਬਾਅਦ ਕੈਪਟਨ ਰਹਿ ਗਿਆ, ਚੰਨੀ ਰਹਿ ਗਿਆ, ਹੁਣ ਭਗਵੰਤ ਮਾਨ ਆ ਗਿਆ। ਪਰ ਬਾਪੂ ਸੂਰਤ ਸਿੰਘ ਬੰਦੀਆਂ ਦੀ ਰਿਹਾਈ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਵਾ। ਉਹ ਬੰਦੀਆਂ ਦੀ ਰਿਹਾਈ ਲਈ ਉਹ ਵੀ ਨਹੀਂ ਚਾਹੁੰਦਾ। ਤੁਸੀਂ ਬਾਪੂ ਸੂਰਤ ਸਿੰਘ ਨੂੰ ਪੁੱਛ ਲਓ। ਮੈਨੂੰ ਬਾਪੂ ਸੂਰਤ ਸਿੰਘ ਦਾ ਵੀ ਫੋਨ ਆਇਆ, ਮੈਨੂੰ ਜਥੇਦਾਰ ਹਵਾਰਾ ਸਾਹਿਬ ਦੇ ਅੱਗੇ ਜਿਹੜੇ ਬਾਪੂ ਜੀ ਨੇ ਉਹਨਾਂ ਦਾ ਵੀ ਫੋਨ ਆਇਆ, ਮੈਨੂੰ ਦੇਸ਼ ਵਿਦੇਸ਼ ਦੇ ਵਿੱਚੋਂ ਐਪਰੀਸ਼ੀਏਟ ਕੀਤਾ। ਹੁਣ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਹਿ ਦਿੱਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਬਾਹਰ ਹੋਣੇ ਚਾਹੀਦੇ। ਉਹਨਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਸਾਰੀ ਕਮੇਟੀ ਨੇ। ਉਹਨਾਂ ਨੇ ਇਹ ਜਿਹੜੀ ਆਵਾਜ਼ ਆ ਨਾ, ਇਹ ਪੰਥ ਦੀ ਆਵਾਜ਼ ਆ, ਇਹ ਨਿਕਲੀ ਮੇਰੇ ਰਾਹੀਂ ਆ, ਲਿਖਤ ਮੇਰੀ ਹੋਈ ਆ, ਪਰ ਇਹ ਆਵਾਜ਼ ਪੰਥ ਦੀ। ਜੋ ਮੈਂ ਕੀਤਾ ਇਹਨੂੰ ਐਪਰੀਸ਼ੀਏਟ ਪੂਰਾ ਪੰਥ, ਪੂਰੀ ਕੌਮ ਕਰ ਰਿਹਾ। ਤੇ ਇਹ ਸੰਘਰਸ਼ ਸਾਰੇ ਅੱਗੇ ਤੋਰਨਾ ਚਾਹੁੰਦੇ, ਮੈਂ ਵੀ ਤੋਰਨਾ ਚਾਹੁੰਦਾ ਵਾ। ਮੇਰੀ ਇੱਛਾ ਵਾ ਇਹ ਸੰਘਰਸ਼ ਨੂੰ ਅਸੀਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤਾ, ਐਪਰੀਸ਼ੀਏਟ ਕੀਤਾ, ਸ਼ਲਾਘਾ ਕੀਤੀ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਸੰਘਰਸ਼ ਦੀ ਆੜ ਵਿੱਚ ਆਕਸੀਜਨ ਦਿੱਤੀ ਜਾਵੇ, ਪੌਲਿਸ਼ ਮਾਰੀ ਜਾਵੇ, ਉਹਨੂੰ ਸਰਵਾਈਵ ਕੀਤਾ। ਇਹਨੂੰ ਅਸੀਂ ਪੰਥ ਕੌਮ ਪ੍ਰਵਾਨ ਨਹੀਂ ਕਰਦਾ। ਇਹ ਪੰਥ ਦਾ ਖਦਸ਼ਾ ਵਾ ਤੇ ਇਹਨੂੰ ਬਾਹਰ ਕਰਨਾ ਸਰਦਾਰ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਆ। ਨਹੀਂ ਕਰਨਗੇ ਪੰਥ ਦੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ। ਦਾਦੂਵਾਲ ਸਾਹਿਬ, ਤੁਹਾਡੀ ਇਸ ਗੱਲ ਤੋਂ ਕਿ ਸੁਖਬੀਰ ਬਾਦਲ ਜਾਂ ਫਿਰ ਅਕਾਲੀ ਦਲ ਲੈਡ ਬਾय ਸੁਖਬੀਰ ਬਾਦਲ ਉਹਨੂੰ ਆਕਸੀਜਨ ਨਹੀਂ ਮਿਲਣ ਦੇਣਾ ਚਾਹੁੰਦੇ, ਉਹਨਾਂ ਨੂੰ ਨਹੀਂ ਤੁਸੀਂ ਜਿਉਂਦਾ ਬਚਨ ਦੇਣਾ ਚਾਹੁੰਦੇ, ਫਿਰ ਭਾਵੇਂ ਬੰਦੀ ਸਿੱਖਾਂ ਦਾ ਨੁਕਸਾਨ ਹੋ ਜਾਵੇ, ਕੀ ਇਹਦਾ ਮਤਲਬ ਮੈਂ ਲਗਾ? ਨਹੀਂ, ਅਸੀਂ ਬੰਦੀ ਸਿੱਖਾਂ ਦਾ ਨੁਕਸਾਨ ਥੋੜੀ, ਅਸੀਂ ਉਹਨਾਂ ਨੂੰ ਬਾਹਰ ਕਰਕੇ ਅਸੀਂ ਕਹਿ ਰਹੇ ਹਾਂ ਬੰਦੀ ਸਿੱਖਾਂ ਲਈ ਪ੍ਰੋਗਰਾਮ ਉਹ ਲੀਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਸੱਦੀ, ਅਸੀਂ ਗਏ, ਇਤਰਾਜ਼ ਜ਼ਾਹਰ ਕੀਤੇ, ਅਗਲਾ ਪ੍ਰੋਗਰਾਮ ਲੀਕ ਕੇ ਅਸੀਂ ਸਾਥ ਦੇਵਾਂਗੇ, ਸਹਿਯੋਗ ਕਰਾਂਗੇ। ਪਰ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਾਜ ਭਾਗ 'ਚ ਹੋਇਆ, ਇਹ ਉਹਨਾਂ ਦੇ ਮੂੰਹ ਤੇ ਮੀਟਿੰਗ ਵਿੱਚ ਵੀ ਕਿਹਾ, ਲਿਖਤ 'ਚ ਵੀ ਕਿਹਾ, ਤੇ ਉਹ ਲਿਖਤੀ ਲੈਟਰ ਉਹਨਾਂ ਨੂੰ ਵੀ ਫੜਾਇਆ। ਜੇ ਤੁਸੀਂ ਪੁੱਛਿਆ ਤੁਹਾਨੂੰ ਵੀ ਕਿਹਾ, ਇਹ ਕਹਿੰਦੇ ਰਾਂਗੇ, ਇਸ ਤੋਂ ਪਛਾਣ ਨਹੀਂ ਹੈ ਸਾਨੂੰ। ਕਿਉਂਕਿ ਸਰਦਾਰ ਧਾਮੀ ਸਾਹਿਬ ਹੁਣੀ ਜਾਂ SGPC ਇਹ ਸੋਚ ਰਹੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਦੇ ਵਿੱਚ ਆ ਸਾਰੇ ਦਲਾਂ ਨੂੰ ਜਿਹੜਾ ਸ਼ਾਮਲ ਕਰਕੇ ਪੰਥ ਨੂੰ ਦਿਖਾਇਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਲੀਡਰ ਆ, ਤੇ ਇਹ ਆ ਸਾਰੇ ਜਿਹੜੇ ਆ ਇਹਨਾਂ ਦੇ ਥੱਲੇ ਇਹਨਾਂ ਦੇ ਨਾਲ ਆ ਗਏ ਆ। ਇਹਨਾਂ ਨੂੰ ਹੁਣ ਸੁਖਬੀਰ ਸਿੰਘ ਬਾਦਲ ਪੰਥਕ ਲੱਗਣ ਲੱਗ ਪਿਆ ਹਾਰਨ ਤੋਂ ਬਾਅਦ। ਮੈਂ ਤਾਂ ਸਗੋਂ ਬੇਨਤੀ ਕਰਦਾ ਦੂਜੇ ਸਤਿਕਾਰਯੋਗ ਮੈਂਬਰਾਂ ਨੂੰ ਜਿਹੜੇ ਮੇਰੇ ਨਾਲ ਆ, ਕਾਲਕਾ ਸਾਹਿਬ ਨੇ ਤਾਂ ਪ੍ਰੈਸ ਕਾਨਫਰੰਸ ਕਰ ਦਿੱਤੀ ਆ, ਪਰ ਜਿਹੜੇ ਧਾਰਮਿਕ ਰਾਜਨੀਤਿਕ ਦੂਜੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਉਹ ਜ਼ਰੂਰ ਦੱਸਣ ਵੀ ਉਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪੰਥਕ ਲੱਗਦਾ ਵਾ ਹਾਰਨ ਤੋਂ ਬਾਅਦ। ਉਹਦਾ ਬੜੇ ਵੱਡੇ ਬਿਆਨ ਦਿੰਦੇ ਹੁੰਦੇ ਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ, ਤੇ ਅੱਜ ਉਹਨਾਂ ਨੂੰ ਕਮੇਟੀ 'ਚ ਪਾ ਲਿਆ। ਸਿਰਫ ਇੰਨੀ ਗੱਲ ਪਿੱਛੇ ਵੀ ਸਾਨੂੰ ਕਮੇਟੀ 'ਚ ਪਾ ਲਿਆ, ਤੇ ਅੱਜ ਸੁਖਬੀਰ ਸਿੰਘ ਬਾਦਲ ਪੰਥਕ ਲੱਗਣ ਲੱਗ ਗਿਆ। ਉਹ ਦੇਖੋ ਅਕਾਲੀ ਦਲ ਦੇ ਜਿਹੜੇ SGPC ਮੈਂਬਰ ਇਹ ਤਾਂ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਨਾ ਵੀ ਤੁਹਾਨੂੰ ਚੰਗਾ ਨਹੀਂ ਲੱਗਦਾ ਵੀ ਜੇ ਪੰਥਕ ਲੀਡਰ ਇਕੱਠੇ ਹੋ ਜਾਣ, ਸਾਰੇ ਇਕੱਠੇ ਬਹਿ ਜਾਣ, ਤੇਰਾ ਚਾਹੇ ਉਹਨਾਂ 'ਚ ਚੰਗੇ ਮਾੜੇ ਹਰ ਲੀਡਰ ਕਿਸਮ ਦੇ ਲੋਕ ਹੁੰਦੇ ਨੇ, ਲੇਕਿਨ ਤੁਸੀਂ ਚਾਹੁੰਦੇ ਨਹੀਂ ਸਾਰੇ ਇਕੱਠੇ ਹੋਣ, ਤਾਂ ਕਰਕੇ ਉਹਨੇ ਕਿਹਾ ਤੁਸੀਂ ਸਾਬੋਟਾਜ ਕਰਨ ਦੀ ਕੋਸ਼ਿਸ਼ ਕਰ ਰਹੇ ਅੰਦਰੋਂ। ਜਿੰਨਾ ਪੰਥ ਨੂੰ ਇਕੱਠਾ ਕਰਨ ਵਾਸਤੇ ਦਿਨ ਰਾਤ ਮੈਂ ਬੇਨਤੀ ਤੇ ਵਰਕ ਕਰਦਾ, ਉਹਨਾਂ ਤੇ ਉਹ ਕਰਦੇ ਨੇ। ਉਹ ਤਾਂ ਇੱਕ ਧੜੇ 'ਚ ਖੜੇ ਨੇ। ਉਹ ਤਾਂ ਸਾਨੂੰ ਇਹ ਵੀਰ ਕਹਿਣਾ ਚਾਹੁੰਦੇ ਜਿਹੜੇ SGPC ਮੈਂਬਰ ਆ, ਉਹ ਤਾਂ ਮੇਰੀ ਲੜਾਈ ਨੂੰ ਉਲਝਾਉਣਾ ਚਾਹੁੰਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਤਾਂ ਜਵਾਬ ਨਹੀਂ ਦੇ ਰਹੇ, ਆਪਣੇ ਪਿਆਦੇ ਖੜੇ ਕਰ ਲਏ, ਤੇ ਉਹ ਪਿਆਦੇ ਜਿਹੜੇ ਉਹਨਾਂ ਨੂੰ ਇਹ ਆ ਕਿ ਬੁਰਕੀ ਵੱਡੀ ਹੋ ਜੂਗੀ ਸਾਡੀ, ਉਹਦਾ ਵੱਡਾ ਮਿਲ ਜੂ ਸਾਨੂੰ। ਸੁਖਬੀਰ ਸਿੰਘ ਬਾਦਲ ਦੀ ਖੁਸ਼ਾਮਦ ਕਰਕੇ, ਚਮਚਾਗਿਰੀ ਕਰਕੇ ਉਹ ਤਾਂ ਲੱਗ ਗਏ ਆ। ਹੁਣ ਤੁਸੀਂ ਦੱਸੋ ਵੀ ਉਹ ਬੰਦੇ, ਹੁਣ ਬੰਦੀ ਸਿੰਘਾਂ ਦੀ ਤੁਸੀਂ ਗੱਲ ਕੀਤੀ, ਕੁੱਕੀ ਸਾਹਿਬ ਦੀ ਗੱਲ ਤੁਸੀਂ ਕੀਤੀ ਹੈ ਵਿੱਚ। ਹੁਣ ਕੁੱਕੀ ਸਾਹਿਬ ਜਿਹੜੇ ਨੇ ਬੰਦੀ ਸਿੰਘ ਹੋਣ ਕਰਕੇ ਉਹਨਾਂ ਲੰਬਾ ਸਮਾਂ ਜੇਲ੍ਹ ਕੱਟੀ, ਮੈਂ ਸਤਿਕਾਰ ਕਰਦਾ, ਪਰ ਹੁਣ ਕੁੱਕੀ ਕੁੱਚ ਹੋ ਕੇ ਸਾਰਾ ਕੁਝ ਕੁੱਚ ਕਰਕੇ ਤੇ ਉਹ ਦੱਸੇ ਵੀ ਸੁਖਬੀਰ ਸਿੰਘ ਬਾਦਲ ਪੰਥਕ ਆ,
ਅੱਜ ਉਹਨਾਂ ਦੇ ਹਾਲਾਤ, ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਹੈਗੇ ਪੁਸਤ ਪਣਾਈ ਕਰਨ ਸੁਖਬੀਰ ਸਿੰਘ ਬਾਦਲ ਦੀ, ਜਦੋਂ ਉਹਨਾਂ ਦੀ ਕੁਰਬਾਨੀ ਅਸੀਂ ਨਤਮਸਤਕ ਆ, ਜਦੋਂ ਉਹ ਗਲਤ ਗੱਲ ਕਰਨਗੇ ਅਸੀਂ ਸਖਤ ਖਿਲਾਫ ਆ, ਚਾਹੇ ਉਹ ਕੁੱਕੀ ਸਾਹਿਬ ਉਹਨਾਂ ਨੇ ਕਦੇ ਪੁਸ਼ਤ ਪਨਾਈ, ਉਹਨਾਂ ਨੇ ਪੁਸ਼ਤ ਪਨਾਈ ਨਹੀਂ ਕੀਤੀ। ਇਨਫੈਕਟ ਉਹਨਾਂ ਨੇ ਵੀ ਪੁਸ਼ਤ ਪਨਾਈ ਨਹੀਂ ਕੀਤੀ। ਜਿਆਦੀ ਆ ਅੱਜ ਕੱਲ, ਜਿਆਦੀ ਨੇੜਤਾ ਸੁਖਬੀਰ ਸਿੰਘ ਬਾਦਲ ਨਾਲ, ਜਿਨ੍ਹਾਂ ਨੇ ਨੇੜਤਾ ਬਣਾਈ ਆ, ਸਰਦਾਰ ਸੁਖਬੀਰ ਸਿੰਘ ਬਾਦਲ ਪੰਥਕ ਲੱਗ ਰਹੇ ਆ, ਹੋਰ ਗੱਲ ਕੋਈ ਨਹੀਂ ਆ। ਸਰਦਾਰ ਕੁੱਕੀ ਸਾਹਿਬ ਮੈਨੂੰ ਦੱਸਣ ਕਿ ਅੱਜ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਪੰਥਕ ਕਿਵੇਂ ਲੱਗਣ ਲੱਗ ਗਿਆ। ਅੱਜ ਉਹਨਾਂ ਨੂੰ ਜਿਹੜੇ ਕੁਛ ਆ, ਜੋ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ ਬੇਅਦਬੀ ਹੋਈ ਆ, ਮੈਨੂੰ ਕੁੱਕੀ ਸਾਹਿਬ ਉਹਦਾ ਜਵਾਬ ਦੇਣ। ਜਿਹੜੇ ਦੋ ਇਨਸਾਫ ਮੰਗਦੇ ਬਾਈਬਲ ਗੋਲੀਆਂ ਮਾਰ ਕੇ ਸ਼ਹੀਦ ਕਰਤੇ, ਤੇ ਅੱਜ ਵੀ ਉਹਨਾਂ ਦੇ ਪਰਿਵਾਰ ਸੜਕ ਤੇ ਬੈਠੇ ਆ, ਇਨਸਾਫ ਮੰਗ ਰਹੇ ਆ। ਮਾਂ-ਬਾਪ ਦਾ ਇਕਲੌਤਾ ਪੁੱਤ ਬੰਦੀ ਸਿੰਘਾਂ ਦੀ ਰਿਹਾਈ ਮੰਗਦਾ, ਫਾਂਸੀ ਰੱਦ ਕਰਦਾ, ਚੌੜ ਸਿੱਧਵਾਂ ਗੋਲੀਆਂ ਮਾਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ ਇਹਨਾਂ ਦੀ ਪੁਲਿਸ ਨੇ ਮਾਰ ਦਿੱਤਾ। ਜਿਹਦਾ ਬਾਪ ਤੇ ਜਿਹਦਾ ਦਾਦਾ ਭਾਰਤ ਦੇਸ਼ ਦੇ ਸਰਹੱਦਾਂ ਤੇ ਰਾਖੀ ਕਰਦੇ ਰਹੇ ਫੌਜ ਦੇ ਅੰਦਰ, ਜਿਨ੍ਹਾਂ ਦੇਸ਼ ਦੀ ਰਾਖੀ ਲਈ ਆਪਣਾ ਸਿਰ ਤਲੀ ਤੇ ਰੱਖ ਕੇ ਉਹਨਾਂ ਦਾ ਇਕਲੌਤਾ ਪੁੱਤ ਗੋਲੀਆਂ ਮਾਰ ਕੇ ਮਾਰ ਦਿੱਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ, ਜਿਹਨੇ ਸਾਡੇ ਗੁਰੂ ਦਾ ਸਵਾਂਗ ਰਚਿਆ, ਭਾਵਨਾਵਾਂ ਭੜਕਾਈਆਂ, ਉਹਦਾ ਪਰਚਾ ਰੱਦ ਕਰਾਤਾ ਬਠਿੰਡੇ ਵਾਲਾ, ਤੇ ਉਹਨੂੰ ਮਾਫੀਨਾਮਾ ਜਥੇਦਾਰਾਂ ਨੂੰ ਚੌਕੀਦਾਰ ਬਣਾ ਕੇ ਆਪਦੇ ਘਰ ਕੋਠੀ 'ਚ ਸੱਦ ਕੇ ਤੇ ਇੱਕ ਗਿੱਦੜ ਚਿੱਠੀ ਫੜਾਤੀ ਵੀ ਜਾਓ ਅਕਾਲ ਤਖਤ ਤੋਂ ਜਾ ਕੇ ਜਾਰੀ ਕਰ ਦਿਓ ਵੀ ਸੌਦਾ ਸਾਹਿਬ ਦਾ ਮਾਫੀਨਾਮਾ। 90-95 ਲੱਖ ਗੁਰੂ ਦੀ ਗੋਲਕ ਦੇ ਜਿਹੜੇ ਸੀ ਉਹ ਇਸ਼ਤਿਹਾਰਾਂ ਤੇ ਲਾਤੇ ਸ਼੍ਰੋਮਣੀ ਕਮੇਟੀ ਦੇ ਵੀ ਸੌਦਾ ਸਾਹਿਬ ਦਾ ਮਾਫੀਨਾਮਾ ਸਹੀ ਹੈ, ਇਹਨੂੰ ਕੌਮ ਪੰਥ ਮੰਨ ਲਏ। ਪੰਥ ਨੇ ਨਹੀਂ ਮੰਨਿਆ, ਰੱਦ ਕਰਨਾ ਪਿਆ। ਇਸੇ ਤਰ੍ਹਾਂ ਮੇਰੀ ਬੇਨਤੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਨਹੀਂ ਮੰਨਦੀ ਕੌਮ, ਅਸੀਂ ਨਹੀਂ ਮੰਨਦੇ, ਉਹ ਗੁਨਾਹਗਾਰ ਆ, ਉਹ ਜਵਾਬ ਦੇਵੇ, ਆਪਣੇ ਪਿਆਦਿਆਂ ਤੋਂ ਨਾ ਦਵਾਏ। ਜਿਵੇਂ ਉਹ ਸਰਦਾਰ ਆਪਣਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੀ ਗੱਲ ਮੈਨੂੰ ਚੇਤੇ ਆ ਗਈ ਕਿ ਪਾਰਲੀਮੈਂਟ 'ਚ ਜਦੋਂ ਉਹਨਾਂ ਤੇ ਚਾਰਾ ਘੁਟਾਲੇ ਦੀ ਗੱਲ ਚੱਲੀ ਨਾ, ਤੇ ਸਾਰੇ ਮੈਂਬਰ ਪਾਰਲੀਮੈਂਟ ਕਹਿੰਦੇ ਲਾਲੂ ਸਾਹਿਬ ਤੁਸੀਂ ਚਾਰਾ ਘੁਟਾਲਾ ਕੀਤਾ, ਜਵਾਬ ਦਿਓ। ਤੇ ਲਾਲੂ ਸਾਹਿਬ ਕਹਿੰਦੇ ਅਰੇ ਭਾਈ ਜਿਨ ਭੈंसों का मैंने खाना चारा खाया वो तो बोलती नहीं, आप बोलते हैं। ਜਿਨ੍ਹਾਂ ਤੇ ਮੈਂ ਸਵਾਲ ਖੜੇ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ, ਕੋਈ ਮੈਂਬਰ ਨਾ ਬੋਲੇ ਆਸੇ ਪਾਸਿਓਂ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਫੌਜ ਹੈਗੀ, IT ਸੈੱਲ ਹੈਗਾ ਵਾ, ਉਹਨਾਂ ਨੇ ਡਿਊਟੀ ਲਾਤੀ ਵੀ ਦਾਦੂਵਾਲ ਤੇ ਤੁਸੀਂ ਹਮਲਾਵਰ ਬਣੋ, ਦਾਦੂਵਾਲ ਨੂੰ ਉਲਝਾਓ। ਮੈਂ ਉਲਝਣਾ ਨਹੀਂ, ਮੇਰੀ ਸਿੱਧੀ ਜਿਵੇਂ ਅਰਜਨ ਦੀ ਨਿਗਾਹ ਮੱਛੀ ਦੀ ਅੱਖ 'ਚ ਸੀ ਨਾ, ਮੇਰੀ ਨਿਗਾਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੁਨਾਹਾਂ ਤੇ ਆ। ਮੈਂ ਇਹ ਮੇਰੇ ਭਰਾ ਨੇ, ਮੈਨੂੰ ਪਤਾ ਇਹਨਾਂ ਦਾ, ਜਿੰਨੇ ਇਹਨਾਂ ਦਾ ਪਤਾ ਵਾ। ਤੁਸੀਂ ਕਿਤੇ ਉਹ ਆਪਣੀ ਮੱਛੀ ਦੀ ਜਿਹੜੀ ਮੱਛੀ ਦੀ ਅੱਖ ਤੇ ਤੁਹਾਡੇ ਨਿਸ਼ਾਨੇ ਦੇ ਚੱਕਰ 'ਚ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ। ਤੇ ਤਦ ਵਾਸਤੇ ਤੁਸੀਂ ਗੱਲ ਕੀਤੀ ਸਰਦਾਰ, ਤੁਸੀਂ ਸੁਣੋ ਮੇਰੀ ਗੱਲ, ਹੁਣ ਇੱਕ ਆਪਣੇ ਤੇ ਵੀ ਤਹਮਤ ਲੈ ਲਓ। ਮੈਂ ਕਿਹਾ ਇੱਕ ਇਲਜ਼ਾਮ ਇਹ ਵੀ ਲੱਗਦਾ ਨੇ ਵੀ ਤੁਹਾਡੀ ਵੀ ਤੁਸੀਂ ਕਹਿੰਦੇ ਹੋ ਨਾ ਕਿ ਤੁਸੀਂ ਕਹਿੰਦੇ ਹੋ, ਸੁਣ ਲਓ ਮੇਰੀ ਗੱਲ, ਚਲੋ ਤੁਸੀਂ ਸੁਣਾਓ ਫਿਰ ਮੇਰੀ ਸੁਣਿਓ ਜਰਾ। ਹਾਂਜੀ, ਜਿੱਥੇ ਉਹਨਾਂ ਦੀ ਅੱਖ 'ਚ ਮੇਰਾ ਧਿਆਨ ਆ ਨਾ, ਅਰਜਨ ਵਾਂਗੂ ਮੱਛੀ ਦੀ ਅੱਖ 'ਚ, ਉੱਥੇ ਮੇਰਾ ਧਿਆਨ ਆ ਕਿ ਪੰਥ ਦੇ ਇਹ ਬੰਦੀ ਵੀ ਰਿਹਾ ਹੋਣੇ ਚਾਹੀਦੇ ਆ, ਪਰ ਇਹਨਾਂ ਦੀ ਆੜ, ਇਹਨਾਂ ਦੀ ਸੀੜੀ ਲਾ ਕੇ, ਇਹਨਾਂ ਨੂੰ ਪੌੜੀ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਸਰਵਾਈਵ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੇ ਕੌਮ ਦਾ ਪੰਥ ਦਾ ਨੁਕਸਾਨ ਕੀਤਾ ਵਾ। ਬੰਦੀ ਜਿਹੜੇ ਆ ਉਹ ਰਿਹਾ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ। ਅਸੀਂ ਸਾਰੇ ਸਾਥੀ ਆ ਉਹਨਾਂ ਦੇ, ਸਾਰੀ ਕੌਮ ਸਾਥੀ, ਪੰਥ ਸਾਥੀ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦੇਣਗੇ ਤਾਂ ਮੈਂ ਸਮਝਦਾ ਜਿਹੜੀਆਂ ਹੋਰ ਜਥੇਬੰਦੀਆਂ ਬਾਈਕਾਟ ਵਾਲੀਆਂ ਉਹ ਵੀ ਸਮਰਥਨ 'ਚ ਆ ਜਾਣਗੀਆਂ। ਜਿਨ੍ਹਾਂ ਨੇ ਬਾਈਕਾਟ ਕੀਤੇ ਉਹ ਵੀ ਸਾਰੇ ਆ ਜਾਣਗੇ। ਜਿਨ੍ਹਾਂ ਨੇ ਹੁਣ ਤੱਕ ਸੰਘਰਸ਼ ਲੜਿਆ ਬੰਦੀਆਂ ਦੀ ਰਿਹਾਈ ਵਾਸਤੇ, ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਜਾਣਗੇ। ਇੱਕ ਤਾਕਤ ਵੱਡੀ ਹੋ ਜਾਊਗੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦੇਣਗੇ। ਇੱਥੇ ਦਾਦੂਵਾਲ ਸਾਹਿਬ ਦੇਖੋ, ਤੁਸੀਂ ਕਿੰਨੇ ਇਲਜ਼ਾਮ ਲਾਏ, ਠੀਕ ਹੈ ਨਾ, ਵੀ ਕਿਹਦੇ ਨਾਲ ਕੀ ਪਿੱਛੋਂ ਸੈਟਿੰਗ ਸੀ, ਡੇਰਾ ਸੱਚਾ ਸੌਦਾ ਦੇ ਮੁਖੀ ਦੇ ਨਾਲ, ਸਾਰੀ ਗੱਲਬਾਤ। ਨਹੀਂ ਇਲਜ਼ਾਮ ਦੱਸੋ ਲੱਕੀ ਸਾਹਿਬ, ਤੁਸੀਂ ਤਾਂ ਸਾਰਾ ਦੱਸਿਆ ਹੀ ਆ, ਤੁਸੀਂ ਤਾਂ ਸਾਰਾ ਕੁਝ ਦੱਸਿਆ ਆਪਣੇ ਚੈਨਲਾਂ ਤੇ। ਇਲਜ਼ਾਮ ਥੋੜੀ ਹੈ, ਤਾਂ ਸੱਚਾਈ ਹੈ ਨਾ, ਇਲਜ਼ਾਮ ਥੋੜੀ ਹੈ, ਤਾਂ ਸਿੱਧ ਹੋਇਆ ਪਿਆ ਸਾਰਾ ਕੁਝ। ਚਲੋ ਮੈਨੂੰ ਇਹ ਦੱਸੋ ਨਾ, ਅੱਜ ਸਾਰੇ ਲੋਕ ਐਵੇਂ ਵੀ ਕਰਦੇ ਨੇ, ਜਾਂ ਇਲਜ਼ਾਮ ਲਗਾਉਣ ਵਾਲੇ ਵੀ ਕਹਿੰਦੇ ਵੀ ਜਥੇਦਾਰ ਦਾਦੂਵਾਲ ਸਾਹਿਬ ਦੀ ਵੀ ਤਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਚੰਗੀ ਸਾਂਝ ਹੈ, ਚੰਗਾ ਸਿਸਟਮ ਹੈ। ਤੁਸੀਂ ਗੁਰਦੁਆਰਾ ਕਮੇਟੀ ਦੇ ਮੁਖੀ ਹੋ, ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਹੁਣ ਤੁਸੀਂ ਵੀ ਜਿਹੜੀ ਭਾਸ਼ਾ ਬੋਲ ਰਹੇ ਹੋ ਉਹਦੇ ਪਿੱਛੇ ਵੀ ਕੋਈ ਕੱਲ ਨੂੰ ਕੋਈ ਰੀਜ਼ਨ ਲੱਭ ਸਕਦੇ ਆ। ਅੱਜ ਤਾਂ ਹੀ ਕਰਕੇ ਤਾਂ ਇਲਜ਼ਾਮ ਲਾ ਰਹੇ ਨੇ ਵੀ ਇਹ ਤਾਂ ਅੰਦਰ ਖਾਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਮੁਹਿੰਮ ਦੀ। ਦੇਖੋ, ਜੇ ਮੇਰੇ ਹਰਿਆਣਾ ਦੇ ਵਿੱਚ ਮੈਂ ਹਰਿਆਣਾ ਕਮੇਟੀ ਦਾ ਮੁੱਖ ਸੇਵਾਦਾਰ ਹਾਂ ਤੇ ਇੱਥੇ ਬੀਜੇਪੀ ਦੀ ਸਰਕਾਰ ਆ ਜਾਂ ਕੇਂਦਰ 'ਚ ਬੀਜੇਪੀ ਦੀ ਸਰਕਾਰ ਆ, ਤਾਂ ਮੈਂ ਉਹਨਾਂ ਦੇ ਕੋਲੋਂ ਕੋਈ ਪੰਥ ਦਾ, ਕੌਮ ਦਾ ਨੁਕਸਾਨ ਤਾਂ ਨਹੀਂ ਕਰਾਇਆ ਜਾਂ ਕਰਾ ਨਹੀਂ ਰਿਹਾ। ਇਹਨਾਂ ਨੇ ਤਾਂ ਉਹਨਾਂ ਦੇ ਨਾਲ
ਸਾਂਝ ਭਿਆਲੀ ਸੀ, ਜਦੋਂ ਜਦੋਂ ਪੰਥ ਦਾ ਭਲਾ ਕਰਨਾ ਸੀ ਕਰਵਾਇਆ ਨਹੀਂ। ਅਸੀਂ ਤੇ ਅੱਜ ਵੀ ਜੇ ਕੇਂਦਰ ਸਰਕਾਰ ਨੂੰ ਕਹਾਂਗੇ ਜਾਂ ਹਰਿਆਣਾ ਸਰਕਾਰ ਨੂੰ ਕਹਾਂਗੇ ਪੰਥ ਦੇ ਭਲੇ ਲਈ ਕਹਾਂਗੇ, ਕੌਮ ਦੇ ਭਲੇ ਲਈ ਕਹਾਂਗੇ। ਇਹ ਤਾਂ ਹਮੇਸ਼ਾ ਹੀ ਸਾਨੂੰ ਕਹਿੰਦੇ ਰਹੇ ਆ, ਕਦੇ ਸਾਨੂੰ ਬੀਜੇਪੀ ਦੇ ਬਣਾ ਦਿੰਦੇ ਆ, ਕਦੇ ਸਾਨੂੰ ਇਹ ਕਾਂਗਰਸ ਦੇ ਬਣਾ ਦਿੰਦੇ ਆ, ਕਦੇ ਸਾਨੂੰ ਜਿਹੜੇ ਕਾਂਗਰਸੀ ਆ ਉਹ ਸਾਨੂੰ ਅਕਾਲੀ ਦਲ ਦੇ ਬਣਾ ਦਿੰਦੇ ਆ। ਇਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਨੂੰ ISI ਦੇ ਏਜੰਟ ਵੀ ਬਣਾਉਂਦਾ ਰਿਹਾ। ਹੁਣ ਸਾਡੇ ਨਾਲ ਕਿਉਂ ਬੈਠੇ ਉੱਥੇ ਫਿਰ ਦੱਸੋ ਬਈ? ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾਂ ਮੀਟਿੰਗ ਦੇ ਵਿੱਚ ਮੈਂ ਕਮੇਟੀ ਦੇ ਵਿੱਚ ਹੀ, ਇਹ ਤਾਂ ਸਾਨੂੰ ISI ਦੇ ਕੀ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ISI ਦੇ ਏਜੰਟਾਂ ਨਾਲ ਬੈਠਾ ਦੱਸੋ? ਇਹ ਤਾਂ ਸਾਨੂੰ ISI ਦੇ ਏਜੰਟ ਕਹਿੰਦੇ ਰਹੇ, ਜਿਹੜੇ ਅਸੀਂ ਪੰਥ ਦੀ ਆਵਾਜ਼ ਉਠਾਉਂਦੇ ਸੀ ਸਾਨੂੰ ਕਾਂਗਰਸ ਦੇ ਏਜੰਟ ਵੀ ਕਹਿੰਦੇ ਰਹੇ ਨੇ। ਤੁਹਾਨੂੰ ਕਾਂਗਰਸ ਦੇ ਕਹਿੰਦੇ ਉਹਨਾਂ ਨੇ ਤਾਂ ਤੁਹਾਡੇ ਟਾਵਰ ਦੀਆਂ ਲੋਕੇਸ਼ਨਾਂ ਤੱਕ ਦਿੱਤੀਆਂ ਸੀ ਵੀ ਤੁਸੀਂ ਜਾ ਕੇ ਉੱਥੇ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਮੰਤਰੀ ਨਾਲ ਮਿਲਦੇ ਹੁੰਦੇ ਸੀਗੇ। ਆਪਸ ਦੇ ਵਿੱਚ ਤੁਹਾਡੀ ਆਪਸ ਦੀ ਸਭ ਦੀ ਰੰਜਿਸ਼ ਹੈ ਨਾ, ਤੁਹਾਡੀ ਤੇ ਸੁਖਬੀਰ ਬਾਦਲ ਦੀ ਪਰਸਨਲ ਈਗੋ ਹੈ, ਪਰਸਨਲ ਕਲੈਸ਼ ਹੈ। ਇਹ ਪਰਸਨਲ ਨਹੀਂ, ਇਹ ਪੰਥਕ ਕਲੈਸ਼ ਆ। ਤੁਸੀਂ ਇਹਨੂੰ ਪਰਸਨਲ ਕਲੈਸ਼ ਹੈ, ਇਹ ਪਰਸਨਲ ਕਲੈਸ਼ ਹੈ, ਇਹ ਪਰਸਨਲ ਕਲੈਸ਼ ਹੈ। ਇਹ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਸੁਖਬੀਰ ਬਾਦਲ ਨਾਲ ਪਰਸਨਲ ਕਲੈਸ਼ ਹੈ। ਲੱਖੀ ਸਾਹਿਬ ਜਿਹੜੀ ਲੋਕੇਸ਼ਨ ਦਿੱਤੀ ਉਹ ਦਿੱਤੀ ਟਾਵਰ ਜੀਰਕਪੁਰ ਦੀ, ਮੁੱਖ ਮੰਤਰੀ ਕੈਪਟਨ ਦੀ ਕੋਠੀ ਜੀਰਕਪੁਰ ਟਾਵਰ ਤੇ ਆ, ਜਾਂ ਉਹ ਆਪਣਾ ਟੋਲ ਟੈਕਸ ਤੇ ਆ, ਨੰਬਰ 1। ਨੰਬਰ 2 ਪਰ ਵਿਲਜ ਕਮੇਟੀ ਬਣਾਈ ਮੁੱਖ ਮੰਤਰੀ, ਜਿਹੜੀ ਆਪਣਾ ਜਾਂਚ ਕਮੇਟੀ ਬਣਾਈ ਮੁੱਖ ਮੰਤਰੀ ਪੰਜਾਬ ਕੈਪਟਨ ਨੇ ਇਸ ਗੱਲ ਪਿੱਛੇ ਵੀ ਦੱਸੋ ਦਾਦੂਵਾਲ ਕੋਠੀ 'ਚ ਸੀ ਜਾਂ ਨਹੀਂ। ਤੇ ਜਿਹੜੀ ਕਮੇਟੀ ਬਣੀ ਉਹਦੇ 'ਚ ਇੱਕ ਅਕਾਲੀ ਦਲ ਦਾ MLA ਹੀ, ਇੱਕ ਆਮ ਪਾਰਟੀ ਦਾ ਸੀ ਤੇ ਰੰਧਾਵਾ ਸੀਗੇ, ਸੁਖਜਿੰਦਰ ਸਿੰਘ ਰੰਧਾਵਾ ਉਹਦੇ ਹੈੱਡ ਸੀ। 2 ਮਹੀਨਿਆਂ ਬਾਅਦ ਰਿਪੋਰਟ ਪੇਸ਼ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਝੂਠਾ ਕਰਾਰ ਦਿੱਤਾ। ਸਾਰਾ ਕੁਝ ਜੋ ਫਰੋਲਿਆ ਉਹਦੇ 'ਚ ਅਕਾਲੀ ਦਲ ਦਾ ਵੀ MLA ਸੀ ਤੇ ਉਹ ਕੇਸ ਪ੍ਰਵਿਲਜ ਕਮੇਟੀ ਕੋਲੇ ਗਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਨਯੋਗ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਵਾ ਝੂਠ ਬੋਲ ਕੇ। ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ MP ਬਣ ਗਿਆ ਤੇ ਉਹਨਾਂ ਨੇ ਉਹ ਕੇਸ ਜਿਹੜਾ ਸੀਗਾ ਉਹ ਦਿੱਲੀ ਭੇਜ ਦਿੱਤਾ, ਕਿਉਂਕਿ ਉਹ MP ਦਿੱਲੀ ਦੇ ਬਣ ਗਏ, ਮੈਂਬਰ ਆਫ ਪਾਰਲੀਮੈਂਟ ਦੇ, ਵਿਧਾਨ ਸਭਾ ਤੋਂ ਪਾਰਲੀਮੈਂਟ ਚਲੇ ਗਏ। ਜਿਹੜੇ ਇੱਕ ਇੱਕ ਗੱਲ ਦਾ ਜਵਾਬ ਮੇਰੇ ਕੋਲ, ਮੈਂ ਤਾਂ ਹੀ ਕਹਿੰਦਾ ਲੱਖੀ ਸਾਹਿਬ ਤੁਸੀਂ ਬਹਿ ਜਾਓ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਿਠਾ ਲਓ। ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਉਣੇ, ਮੈਨੂੰ ਸਿੱਧੇ ਲਾਉਣ, ਮੈਂ ਜਵਾਬ ਦਿਆਂਗਾ। ਤਾਂ ਜਿਹੜੇ ਮੇਰੇ ਆ ਕੌਮ ਦੇ ਪੰਥ ਦੇ, ਉਹਨਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਦੇਣ, ਪਿਆਦਿਆਂ ਤੋਂ ਨਾ ਦਿਵਾਉਣ, ਆਪ ਦੇਣ ਕਿ ਉਹਨਾਂ ਨੇ ਕੀ ਕੀ ਗੁਨਾਹ ਕੀਤੇ ਆ ਪੰਥ ਨੂੰ ਪੰਜਾਬ ਨੂੰ ਝੋਕ ਕੇ ਉਹਨਾਂ ਨੇ ਅੱਗ ਦੀ ਭੱਠੀ ਦੇ ਵਿੱਚ ਤੇ ਸਿਆਸੀ ਰੋਟੀਆਂ ਸੇਕੀਆਂ ਨੇ। ਅੱਜ ਪੰਥ ਤੇ ਪੰਜਾਬ ਦਾ ਜੋ ਨੁਕਸਾਨ ਹੋਇਆ, ਜਿੱਥੇ ਗੈਰਾਂ ਨੇ ਕੀਤਾ, ਕਾਂਗਰਸ ਨੇ ਕੀਤਾ, ਵਿਰੋਧੀਆਂ ਕੀਤਾ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਵੱਡੇ ਤੌਰ ਤੇ ਜ਼ਿੰਮੇਵਾਰ ਹੈ ਇਸ ਵਾਸਤੇ। ਉਹਨਾਂ ਨੇ ਕਿਸੇ ਦੀ ਪੰਥ ਦਰਦੀ ਦੀ ਬਾਹ ਨਹੀਂ ਫੜੀ, ਧਰਮੀ ਫੌਜੀਆਂ ਦੀ ਨਹੀਂ ਫੜੀ, ਉਹਨਾਂ ਨੇ ਵਿਧਵਾਵਾਂ ਦੀ ਨਹੀਂ ਫੜੀ, ਵਿਡੋ ਕਲੋਨੀ ਉਹਨਾਂ ਦੀ ਨਹੀਂ ਫੜੀ ਬਾਹ, ਉਹਨਾਂ ਨੇ ਇਹਨਾਂ ਦੀ ਬਾਹ ਨਹੀਂ ਫੜੀ ਜਿਹੜੇ ਬੰਦੀ ਸਿੰਘ ਸੀ, ਇਹਨਾਂ ਨੂੰ ਅੱਤਵਾਦੀ ਕਾਤਲ ਕਹਿੰਦਾ ਰਿਹਾ। ਸਰਦਾਰ ਕਹਿੰਦਾ, ਤੁਸੀਂ ਦੇਖੋ ਅੱਜ ਵੀ ਬਿਆਨ ਪਏ ਆ, ਤੁਸੀਂ ਦਿਖਾ ਦਿਓ ਇਹਦੇ ਤੇ ਚੈਨਲ ਤੇ, ਕਹਿੰਦੇ ਕਾਤਲ ਹਵਾਰਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ, ਅੱਤਵਾਦੀ ਆ। ਆਹੀ ਹੈਡਿੰਗ ਹੈ ਅਖਬਾਰਾਂ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਆ। ਉਹ ਤਾਂ ਕਾਤਲ ਕਹਿੰਦੇ, ਉਹ ਤਾਂ ਸਿਰਫ ਉਹਨਾਂ ਦੇ ਨਾਂ ਤੇ ਸਿਆਸੀ ਰੋਟੀਆਂ ਸੇਕ ਕੇ ਆਪਣੀ ਕੁਰਸੀ ਸੱਤਾ ਸਥਾਪਿਤ ਕਰਨਾ ਚਾਹੁੰਦੇ ਆ, ਪੰਥ ਦੀਆਂ ਅੱਖਾਂ 'ਚ ਘੱਟਾ ਪਾਉਣਾ ਚਾਹੁੰਦੇ ਆ ਕੌਮ ਦੇ। ਪਰ ਪੰਥ ਹੁਣ ਇੰਨਾ ਕਮਜ਼ੋਰ ਨਹੀਂ ਆ, ਜਾਂ ਇੰਨਾ ਪੰਥ ਜਿਹੜਾ ਹੈਗਾ ਉਹ ਇੰਨਾ ਮੈਂ ਸਮਝਾਂ ਕਿ ਗਿਆਨ ਦੀ ਕਮੀ ਨਹੀਂ ਆ। ਉਹਨਾਂ ਨੂੰ ਸਭ ਪਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਕੀ ਕਰ ਰਿਹਾ, ਤਾਂ ਹੀ ਮੈਂ ਆਵਾਜ਼ ਬੁਲੰਦ ਕਰ ਰਿਹਾ। ਔਰ ਮੈਂ ਤੁਹਾਨੂੰ ਇਹ ਵੀ ਕਹਿ ਦਿਆਂ ਲੱਖੀ ਸਾਹਿਬ ਕਿ ਬੰਦੀ ਸਿੰਘਾਂ ਦੇ ਸੰਘਰਸ਼ ਲਈ ਚਾਹੇ ਸਾਨੂੰ ਜਾਨਾਂ ਵੀ ਦੇਣੀਆਂ ਪੈਣ ਨਾ, ਜਿੱਥੇ ਮਰਜ਼ੀ ਸਾਨੂੰ ਜੇਲ੍ਹਾਂ 'ਚ ਡੱਕ ਲੈਣ, ਸਾਡੀ ਜਾਨ ਜਾਂਦੀ ਆ ਜਾਵੇ, ਕਿੰਨਾ ਨੁਕਸਾਨ ਝੱਲਣਾ ਪਵੇ ਝੱਲਾਂਗੇ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਪੂਰਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਂਗੇ। ਪਰ ਜਿਹੜੀਆਂ ਗੱਲਾਂ ਜਿੱਥੇ ਉਹ ਸਵਾਲ ਖੜੇ ਹੁੰਦੇ ਆ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੌਲਿਸ਼ ਮਾਰਨੀ ਚਾਹੁੰਦੇ, ਉੱਥੇ ਅਸੀਂ ਉਹਨਾਂ ਨੂੰ ਧਿਆਨ 'ਚ ਲਿਆਉਂਦੇ ਰਹਾਂਗੇ, ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਚੇਤੇ ਕਰਾਉਂਦੇ ਰਹਾਂਗੇ। ਉਹਦੇ ਤੋਂ ਅਸੀਂ ਪਛਾਣ ਨਹੀਂ ਹਟਾਂਗੇ। ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੁੱਖ ਗੱਲ ਆ, ਪਰ ਨੰਬਰ 2 ਤੇ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਦੇ ਨਾਂ ਤੇ ਆੜ ਦੇ ਵਿੱਚ ਸਰਵਾਈਵ, ਆਕਸੀਜਨ, ਪੌਲਿਸ਼ ਇਹ ਬਿਲਕੁਲ ਨਹੀਂ ਹੋਣ ਦਿਆਂਗੇ। ਉਹ ਪੰਥ ਦੇ ਕਟਹਿਰੇ 'ਚ ਹੈ ਨੇ ਤੇ ਰਹਿਣਗੇ ਲੱਖੀ ਸਾਹਿਬ। ਮਤਲਬ ਪੰਥਕ ਏਕਾ ਜੇ ਹੋਏਗਾ ਤਾਂ ਉਹਨੂੰ ਸਿਰੇ ਚੜਨ ਨਹੀਂ ਦੇਣਾ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਮੈਂ ਤਾਂ ਪੰਥਕ ਏਕਾ ਹੀ ਕਹਾਂਗਾ, ਚੰਗੇ ਮਾੜੇ ਸਾਰੇ ਲੀਡਰ ਹੋਣਗੇ ਨਾ ਜੀ। ਤੁਸੀਂ ਇੱਕ ਗੱਲ ਮੰਨ ਲਓ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਬਾਹਰ ਹੁੰਦੇ ਆ ਤੇ ਪੰਥਕ ਏਕਾ ਨਹੀਂ ਹੁੰਦਾ, ਸਗੋਂ ਜਿੰਨੇ ਬਾਕੀ ਬਾਹਰ ਬੈਠੇ ਉਹ ਸਾਰੇ ਆ ਜਾਣਗੇ, ਜਿਨ੍ਹਾਂ ਨੇ ਹੁਣ ਤੱਕ ਲੜਾਈ ਲੜੀ ਆ, ਜਿਹੜੇ ਵਿਰੋਧ 'ਚ ਖੜੇ ਆ। ਮੈਂ ਤਾਂ ਸਮਝਦਾ ਸਰਦਾਰ ਮਾਨ ਸਾਹਿਬ ਵੀ ਤਾਂ ਹੀ ਨਹੀਂ ਮੀਟਿੰਗ 'ਚ ਆਏ ਸ਼ਾਇਦ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਆਏ ਪਰ ਉਹ ਮੀਟਿੰਗ 'ਚ ਨਹੀਂ ਆਏ। ਤੇ ਜਿਹੜੇ ਬਾਕੀ ਬੈਠੇ ਨੇ, ਜਿਹੜੇ ਲੜਾਈ ਲੜ ਰਹੇ ਆ ਹੁਣ ਤੱਕ, ਉਹ ਵੀ ਆ ਜਾਣਗੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦੇਣਗੇ ਤਾਂ।
ਜੇ ਸਰਦਾਰ ਸੁਖਬੀਰ ਸਿੰਘ ਚਲਿਏ। ਬਾਦਲ ਦੀ ਜਗ੍ਹਾ ਕੀ ਉਹ ਤੁਸੀਂ ਲੱਖੀ ਸਾਹਿਬ ਮੈਨੂੰ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਵੀ ਐਸਾ ਵਾਹਦ ਆਗੂ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਨਹੀਂ ਹੈਗਾ ਜਿਹੜਾ ਇੱਕ ਕਮੇਟੀ ਦਾ ਮੈਂਬਰ ਬਣ ਜੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟਿਸਿਪੇਸ਼ਨ ਹੋ ਜੇ ਵਿੱਚ? ਉਹ ਕੋਈ ਨਹੀਂ ਹੈਗਾ ਕਿ ਉਹ ਮੰਨਦੇ ਨਹੀਂ ਕਿਸੇ ਨੂੰ? ਸਾਡੀ ਨਿਗਾਹ 'ਚ ਤਾਂ ਬਹੁਤ ਨੇ, ਪਰ ਉਹਨਾਂ ਦੀ ਨਿਗਾਹ 'ਚ ਕਿਉਂ ਹੁਣ ਤੁਸੀਂ ਉਹਦਾ ਇਸ਼ੂ ਬਣਾ ਲਿਆ ਨਾ ਵਿੱਚ ਕੋਈ ਹੋਰ? ਮੈਂ ਕਹਿੰਦਾ ਹੁਣ ਈਗੋ ਦਾ ਇਸ਼ੂ ਬਣ ਗਿਆ। ਜਦੋਂ ਹੁਣ ਤੁਸੀਂ ਮੰਗ ਕਰਤੀ ਤਾਂ ਹੁਣ ਕਿਹੜੇ ਮੂੰਹ ਦੇ ਨਾਲ ਉਹਨਾਂ ਨੂੰ ਕੱਟਣਗੇ, ਉਹ ਆਪਣੀ ਜਿਹੜੀ ਮੈਂਬਰੀ ਵਾਪਸ ਲੈਣਗੇ? ਤੇ ਹੁਣ ਅਖੀਰੀ ਸਵਾਲ ਮੇਰਾ ਤੁਹਾਡੇ ਤੋਂ ਹੈ ਵੀ ਜੇ ਇਹ ਨਹੀਂ ਹੁੰਦਾ, ਯਾਨੀ ਕਿ ਸੁਖਬੀਰ ਬਾਦਲ ਕਮੇਟੀ ਚੋਂ ਨਹੀਂ ਵਾਪਸ ਲੈ ਜਾਂਦਾ, ਫਿਰ ਕੀ ਸਿਚੁਏਸ਼ਨ ਰਹੇਗੀ? ਤੁਸੀਂ ਖੁਦ ਹਟ ਗਏ ਹੋ ਕਮੇਟੀ ਤੋਂ, ਹਟ ਰਹੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਾਥ ਦੇਵਾਂਗੇ, ਬਿਲਕੁਲ ਨਹੀਂ ਹਟਾਂਗੇ, ਬਿਲਕੁਲ ਅਸਤੀਫਾ ਨਹੀਂ ਦੇਵਾਂਗੇ। ਸਰਦਾਰ ਧਾਮੀ ਸਾਹਿਬ ਖੁਦ ਸਾਨੂੰ ਬਾਹਰ ਕਰ ਦੇਣ, ਕੋਈ ਇਤਰਾਜ਼ ਨਹੀਂ। ਸਰਦਾਰ ਸੁਖਬੀਰ ਸਿੰਘ ਬਾਦਲ ਦਬਾਅ ਪਾ ਕੇ ਉਹਨਾਂ ਤੋਂ ਸਾਨੂੰ ਬਾਹਰ ਕਰਾ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਅਸੀਂ ਖੁਦ ਨਹੀਂ ਹਟਾਂਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਜੀ ਜਾਨ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਮੈਨੂੰ ਪੂਰਾ ਅਹਿਸਾਸ ਹੈ ਕਿ ਸਰਦਾਰ ਧਾਮੀ ਸਾਹਿਬ ਬੜੇ ਸੁਲਝੇ ਹੋਏ ਪੜ੍ਹੇ ਲਿਖੇ ਗੁਰਮੁਖ ਨੇ, ਉਹਨਾਂ ਨੇ ਸਾਧੂਆਂ ਦੀ ਸੰਗਤ ਕੀਤੀ ਹੋਈ ਆ, ਜਥੇਦਾਰ ਬਾਬਾ ਨਿਹਾਲ ਸਿੰਘ ਦੀ ਸੰਗਤ ਕੀਤੀ ਆ ਉਹਨਾਂ ਨੇ, ਨਿਹੰਗ ਸਿੰਘ ਜਥੇਬੰਦੀ, ਔਰ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਆ ਕਿ ਉਹ ਸਹੀ ਤੇ ਗਲਤ ਨੂੰ ਦੇਖਣਗੇ ਜ਼ਰੂਰ ਕਿ ਸਹੀ ਕੀ ਆ ਗਲਤ ਕੀ ਆ। ਜੇਕਰ ਉਹਨਾਂ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪ੍ਰੈਸ਼ਰ ਭਾਰੀ ਪੈਂਦਾ ਵਾ ਤਾਂ ਜੀ ਸਦਕੇ ਸਾਡਾ ਸਰਦਾਰ ਧਾਮੀ ਸਾਹਿਬ ਨਾਲ ਕੋਈ ਨਾਰਾਜ਼ਗੀ ਨਹੀਂ, SGPC ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਸਾਡੀ ਨਾਰਾਜ਼ਗੀ ਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ। ਅਸੀਂ ਇਸ ਕਮੇਟੀ ਦਾ ਹਿੱਸਾ ਬਣੇ ਰਹਾਂਗੇ। ਸਰਦਾਰ ਕਾਲਕਾ ਸਾਹਿਬ ਨੇ ਵੀ ਦੇਖੋ ਕਿਹਾ, ਉਹਨਾਂ ਦੀ ਪ੍ਰੈਸ ਕਾਨਫਰੰਸ ਕੱਲ ਹੋਈ, ਉਹ ਕਹਿੰਦੇ ਅਸੀਂ ਕਮੇਟੀ ਦਾ ਹਿੱਸਾ ਬਣਾ ਰਹਾਂਗੇ, ਅਸੀਂ ਸਹਿਯੋਗ ਦੇਵਾਂਗੇ SGPC ਨੂੰ ਪੂਰਾ। ਪਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹ ਪੁਲਿਸ ਮਾਰਨ ਦੀ ਗੱਲ ਕਰ ਰਿਹਾ, ਉਹਨੂੰ ਅਸੀਂ ਪ੍ਰਵਾਨ ਨਾ ਕੱਲ ਕੀਤਾ, ਨਾ ਅੱਜ ਕਰਦੇ, ਨਾ ਕੱਲ ਨੂੰ ਕਰਾਂਗੇ। ਬਾਹਰ ਕਰਨਾ ਨਾ ਕਰਨਾ ਇਹ ਸਰਦਾਰ ਧਾਮੀ ਸਾਹਿਬ ਦੇ ਆ। ਜਿਹੜੇ ਸਵਾਲ ਪੰਥ ਦੇ ਆ ਕੌਮ ਦੇ, ਉਹਨਾਂ ਦਾ ਜਵਾਬ ਖੁਦ ਸਰਦਾਰ ਧਾਮੀ ਸਾਹਿਬ ਪੰਥ ਨੂੰ ਕੌਮ ਨੂੰ ਦੇ ਦੇਣਗੇ। ਤੇ ਇੱਕ ਗੱਲ ਏਕਤਾ, ਬਾਕੀ ਏਕਤਾ ਪੂਰੀ ਬਣੀ ਹੋਈ ਹੈ, ਏਕਤਾ ਵੱਡੀ ਹੋ ਜੂਗੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕਰ ਦੇਣਗੇ ਤਾਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਬਾਈਕਾਟ ਕੀਤਾ ਸੀ ਜਾਂ ਜਿਨ੍ਹਾਂ ਹੁਣ ਤੱਕ ਲੜਾਈ ਲੜੀ, ਉਹ ਵੀ ਸਾਰੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਚ ਆ ਜਾਣਗੇ। ਚਲਿਏ, ਠੀਕ ਹੈ, ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ ਦਾਦੂਵਾਲ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਮਾਂ ਕੱਢਿਆ। ਇਹ ਸਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤੇ ਇਹਨਾਂ ਨੇ ਆਪਣਾ ਜਿਹੜਾ ਵਿਰੋਧ ਹੈ ਸੁਖਬੀਰ ਸਿੰਘ ਬਾਦਲ ਹੋਣਾ ਦਾ, ਉਸ ਨੂੰ ਐਕਸਪਲੇਨ ਕੀਤਾ ਹੈ, ਉਸ ਦੇ ਫੈਕਟਰਸ ਦੱਸੇ ਨੇ, ਉਸ ਦੇ ਪਿੱਛੇ ਦਾ ਲੌਜਿਕ ਦੱਸਿਆ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਗੱਲਾਂ ਬਾਤਾਂ ਇਹਨਾਂ ਦੇ ਵਿਊਜ਼ ਤੋਂ ਜੋ ਵੀ ਤੁਸੀਂ ਨਿਸ਼ਕਰਸ਼ ਕੱਢਣਾ ਹੈ ਉਹ ਤੁਸੀਂ ਖੁਦ ਕੱਢ ਸਕਦੇ ਹੋ। ਬਹੁਤ ਬਹੁਤ ਧੰਨਵਾਦ ਇਸ ਪ੍ਰਸਾਰਣ ਨੂੰ ਵੇਖਣ ਲਈ। ਥੈਂਕ ਯੂ ਸੋ ਮਚ ਦਾਦੂਵਾਲ। ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।